ਕਾਮਨ ਸੈਂਸ ਦੀ ਗੱਲ ਹੈ ਕਿ ਜਦੋਂ ਇਹ ਨਬੀਉल्लाह ਦੱਸਦਾ ਤੇ ਇਹਦਾ ਮਤਲਬ ਇਹ ਹੀ ਹੈ ਨਾ ਕਿ ਜੀ ਦਾਵਾ ਨਬੂਵਤ ਹੋਏਗਾ। ਉਹ ਤਾਂ ਐ ਕਿ ਕੁਰਾਨ ਕਹਿ ਰਿਹਾ ਕਿ ਬਨੀ ਇਸਰਾਈਲ ਦੀ ਤਰਫ ਦੇਖੋ ਮੈਂ ਤੁਹਾਨੂੰ ਜਮਾਤ ਦਾ ਕੀਦਾ ਦੱਸ ਰਿਹਾ ਤੇ ਜੋ ਜਮਾਤ ਕੀਦਾ ਰੱਖਦੀ ਹੈ ਨਾ, ਬਿਲਕੁਲ ਕਿਤਾਬਾਂ ਤੁਸੀਂ ਖੋਲ ਲਓ ਸਾਰੀਆਂ ਜਿੰਨੀਆਂ ਵੀ ਹੈ ਨੇ, ਸਾਰੀਆਂ ਖੋਲ ਲਓ ਤੇ ਇਹੀ ਤੁਹਾਨੂੰ ਮਿਲੇਗਾ ਜਿਹੜਾ ਮੈਂ ਤੁਹਾਨੂੰ ਹੁਣ ਜਿਹੜਾ ਲੁੱਬੇ ਲਬਾਬ ਦੱਸ, ਇਸ ਤੋਂ ਬਾਹਰ ਨਹੀਂ ਤੁਹਾਨੂੰ ਕੋਈ ਗੱਲ ਮਿਲਦੀ। ਫਿਰ ਮੈਨੂੰ ਅੱਛਾ ਚਲੋ ਇਹ ਦੱਸੋ ਕਿ ਈਸਾ ਅਲੈਹ ਇਸਲਾਮ ਦੇ ਨਜ਼ੂਲ ਦੇ ਤੁਸੀਂ ਕਾਇਲ ਹੋਣੇ ਵੀ ਤੁਸੀਂ ਕਹਿ ਰਹੇ ਹੋ ਕਿ ਜੀ ਜੇ ਹੁਣ 5-10 ਮਿੰਟ ਬਾਅਦ ਆ ਜਾਣ ਤੇ ਕੋਈ ਫਰਕ ਨਹੀਂ ਪਏਗਾ, ਤੁਸੀਂ ਕਾਇਲ ਹੋ? ਹਾਂਜੀ ਕਾਇਲ ਹਾਂ। ਮੈਂ ਕਹਿੰਦਾ ਉਹਨਾਂ ਦਾ ਨਜ਼ੂਲ ਹੋ ਗਿਆ, ਫਿਰ ਮੰਨ ਲਓ ਕਿ ਜਿਸ ਵਕਤ ਅੱਲਾ ਦੇ ਨਬੀ ਨੇ ਜਾਂ ਕੁਰਾਨ ਨੇ ਫਰਮਾਇਆ ਉਸ ਤੋਂ ਬਾਅਦ ਤੁਸੀਂ ਸਾਬਿਤ ਕਰਨਾ ਹੈ। ਮੈਂ ਕਹਿੰਦਾ ਕਿ ਹੋ ਗਿਆ ਨਾ, ਸੁਣ ਲਓ ਨਾ, ਮੰਨ ਲਓਗੇ? ਮੈਂ ਤੁਹਾਨੂੰ ਕਿਹਾ ਕਿ ਜਦੋਂ ਅੱਲਾ ਦੇ ਨਬੀ ਨੇ ਜਾਂ ਕੁਰਾਨ ਨੇ ਫਰਮਾਇਆ ਕਿ ਉਹਨਾਂ ਦਾ ਨਜ਼ੂਲ ਹੋਏਗਾ, ਉਸ ਤੋਂ ਬਾਅਦ ਅਗਰ ਉਹਨਾਂ ਦਾ ਨਜ਼ੂਲ ਇਸ ਡੇਟ 'ਚ 9:23 ਹੋਏ ਨੇ, ਹੁਣ ਕੀ ਮੰਨਦੇ ਹੋ ਤੁਸੀਂ? ਅਸਾਂ ਮੰਨਦੇ ਆ ਕਿ ਉਹਨਾਂ ਦਾ ਨਜ਼ੂਲ ਹੋਣਾ ਹੈ ਔਰ ਉਹਨਾਂ 40 ਸਾਲ ਉਮਰ ਗੁਜ਼ਾਰਨੇ ਉਸ ਤੋਂ ਬਾਅਦ। ਹਾਂ, ਮਿਰਾਜ ਸ਼ਰੀਫ ਨੂੰ ਮੰਨਦੇ ਹੋ? ਮਿਰਾਜ ਸ਼ਰੀਫ ਨੂੰ ਜੀ ਮੰਨਦੇ ਆ। ਮਿਰਾਜ ਸ਼ਰੀਫ ਦੀ ਰਾਤ ਤੇ ਸਾਰੇ ਨਬੀਆਂ ਨੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਪਿੱਛੇ ਨਮਾਜ਼ ਪੜ੍ਹੀ ਜੀ। ਕਦੋਂ ਇਹ ਮਿਰਾਜ ਦਾ ਨਜ਼ੂਲ ਹੋਇਆ? ਕਦੋਂ ਹੋਇਆ ਮਿਰਾਜ? ਸੁਣੋ ਨਾ, ਮੈਂ ਜਿਹੜੀ ਤੁਹਾਡੇ ਕੋਲ ਜਵਾਬ ਪੁੱਛਣਾ, ਈਸਾ ਅਲੈਹਿ ਇਸਲਾਮ ਦਾ ਨਜ਼ੂਲ ਹੋਇਆ ਨਾ, ਫੇਰ ਹੀ ਪੜ੍ਹੀ ਨਾ ਨਮਾਜ਼। ਥੋੜਾ ਜਿਹਾ ਮੈਨੂੰ ਮਿਰਾਜ ਤਾਂ ਦੱਸੋ ਨਾ। ਵਹੀ ਪੁੱਛਣਾ, ਮਿਰਾਜ ਨਜ਼ਾਰਾ ਸੀ ਕਿ ਅਸਲ ਨਜ਼ਾਰਾ ਸੀ? ਹਾਂਜੀ ਮੈਨੂੰ ਦੱਸੋ ਨਾ, ਮਿਰਾਜ ਕਦੋਂ ਹੋਇਆ? ਯਾਰ ਜਿਹੜਾ ਸਿਆਲ ਸਾਹਿਬ ਤੁਹਾਡੇ ਕੋਲ ਸਵਾਲ ਪੁੱਛਿਆ ਗਿਆ ਕਿ ਕਸ਼ਫੀ ਨਜ਼ਾਰਾ ਸੀ ਜਾਂ ਅਸਲ ਸੀ, ਜਵਾਬ ਦਿਓ। ਅਸਲ ਸੀ। ਅਸਲ ਸੀ ਤਾਂ ਨਜ਼ੂਲ ਹੋ ਗਿਆ? ਹਾਂਜੀ। ਤੁਸੀਂ ਤੇ ਕਹਿੰਦੇ ਹੋ ਮਿਰਾਜ, ਦੱਸੋ ਨਾ ਥੋੜੀ ਜਿਹੀ ਹੋਣਾ। ਇਹ ਜਮਾਤ ਦਾ ਕੀ ਮੇਰੀ ਗੱਲ ਤਾਂ ਸੁਣ ਲਓ। ਦੂਸਰਾ ਮੀਰ ਸਾਹਿਬ ਮੇਰੀ ਗੱਲ ਸੁਣੋ, ਮੈਂ ਜਿਹੜੀ ਗੱਲ ਕੀਤੀ ਸੀ ਮੈਂ ਉਸੇ ਤੇ ਕਾਇਮ ਹਾਂ। ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜਦੋਂ ਮਿਸਾਲ ਇਹ ਹੁਕਮ ਮਿਲਿਆ ਕਿ ਉਹਨਾਂ ਦਾ ਨਜ਼ੂਲ ਹੋਣਾ ਹੈ, ਉਸ ਤੋਂ ਬਾਅਦ ਅਗਰ ਨਜ਼ੂਲ ਤੁਸੀਂ ਸਾਬਿਤ ਕਰਨਾ, ਜਿਸ ਆਇਤ ਦੇ ਵਿੱਚ ਜਾਂ ਹਦੀਸ ਦੇ ਵਿੱਚ ਹੈ ਕਿ ਉਹਨਾਂ ਦਾ ਨਜ਼ੂਲ ਹੋਣਾ, ਉਸ ਤੋਂ ਪਹਿਲੇ ਅਗਰ ਨਜ਼ੂਲ ਹੋ ਚੁੱਕਾ ਹੈ ਤਾਂ ਉਹਦਾ ਮਾਮਲਾ ਨਹੀਂ ਹੈ। ਉਸ ਤੋਂ ਬਾਅਦ ਅਗਰ ਸਾਬਿਤ ਦੁਬਾਰਾ ਕੀ ਸਿਆਲ ਸਾਹਿਬ ਕੀ ਕਹਿ ਰਹੇ ਹੋ? ਕਿਸ ਤੋਂ ਪਹਿਲੇ? ਜਦੋਂ ਕੁਰਾਨ ਪਾਕ ਦੀ ਆਇਤ ਕੋਈ ਵੀ ਹੈ ਉਹਨਾਂ ਦਾ ਨਜ਼ੂਲ ਸਾਬਿਤ ਕਰਦੀ ਹੈ ਜਾਂ ਇਸ਼ਾਰਾ ਕਰਦੀ ਹੈ, ਕੋਈ ਵੀ ਆਇਤ ਹੈ ਉਹਨਾਂ ਦੇ ਨਜ਼ੂਲ ਦਾ ਇਸ਼ਾਰਾ ਕਰਦੀ ਹੈ ਜਾਂ ਮਿਸਾਲ ਵਾਜ਼ਿਹ ਹੁਕਮ ਦਿੰਦੀ ਹੈ ਜਾਂ ਇਸ਼ਾਰਾ ਕਰਦੀ ਹੈ, ਜਿਸ ਆਇਤ ਦੇ ਵਿੱਚ ਯਾਨੀ ਮੁਸਲਮਾਨ ਜਿਸ ਆਇਤ ਤੋਂ ਈਸਾ ਅਲੈਹ ਇਸਲਾਮ ਦਾ ਨਜ਼ੂਲ ਸਾਬਿਤ ਕਰਦੇ ਨੇ ਜਾਂ ਉਸ ਤੋਂ ਇਸ਼ਾਰਾ ਬਾਕੀ ਹਦੀਸ ਤਈਦ ਦੇ ਵਿੱਚ ਪੇਸ਼ ਕਰਦੇ ਨੇ, ਉਸ ਤੋਂ ਪਹਿਲੇ ਅਗਰ ਈਸਾ ਅਲੈਹ ਇਸਲਾਮ ਦਾ ਕੋਈ ਐਸਾ ਵਾਕਿਆ ਹੋਇਆ ਜਾਂ ਤਮਾਮ ਅੰਬੀਆ ਦਾ ਹੋਇਆ, ਉਹਦਾ ਮਾਮਲਾ ਨਹੀਂ। ਮੈਂ ਤੁਹਾਨੂੰ ਪਹਿਲੇ ਇਹੀ ਬਿਆਨ ਕਰ ਚੁੱਕਾ। ਹੁਣ ਮੈਂ ਤੁਹਾਨੂੰ ਪੁੱਛਿਆ ਹੈ ਕਿ ਜਿਹੜਾ ਮਿਰਾਜ ਹੋਇਆ ਸੀ ਉਹ ਕਿਤਨੇ ਨਬਵੀ ਵਿੱਚ ਹੋਇਆ, ਥੋੜਾ ਜਿਹਾ ਦੱਸਿਓ। ਤੁਸੀਂ ਦੱਸੋ ਨਾ, ਦਲੀਲ ਤੁਹਾਡੀ ਦੱਸਣਾ। ਦਲੀਲ ਤੁਸੀਂ ਦਿੱਤੀ ਹੈ ਮਿਰਾਜ ਵਾਲੀ, ਮੈਂ ਤਾਂ ਨਹੀਂ ਦਿੱਤੀ। ਮੈਂ ਤੇ ਦਲੀਲ ਆਪਣੀ ਰੱਖਦੀ, ਤੁਸੀਂ ਕਾਊਂਟਰ ਕਰਨਾ। ਹੁਣ ਤੁਸੀਂ ਮੈਨੂੰ ਐਕਸਪਲੇਨ ਕਰੋਗੇ। ਤੁਸੀਂ ਮਿਰਾਜ ਦਾ ਦੱਸਿਆ ਨਾ ਵੀ ਮਿਰਾਜ ਤੇ ਤੁਸੀਂ ਦੱਸਿਆ ਨਾ ਮਿਰਾਜ ਤੇ ਨਜ਼ੂਲ ਹੋ ਚੁੱਕਿਆ। ਮੈਂ ਆਪਣਾ ਜਿਹੜਾ ਦਾਵਾ, ਹੁਣ ਮੈਂ ਤੁਹਾਨੂੰ ਪੁੱਛਦਾ ਪਿਆ, ਅਗਰ ਸੂਰਤ ਜਿਹੜੀ ਅਨ-ਨਿਸਾ ਹੈ, ਇਸ ਦੇ ਵਿੱਚ ਵਾ ਮਿਨ ਅਹਲਿਲ ਕਿਤਾਬ ਇਲਾ ਲਾ ਯੂਮਿਨੂਨ ਬਿhi ਕਬਲਾ ਮੌਤਿਹੀ, ਸਾਡੇ ਇਹ ਹੈ ਨਜ਼ੂਲ ਦੇ ਉੱਤੇ, ਯਾਨੀ ਕਿ ਦੂਸਰਾ ਇੱਕ ਆਇਤ ਕੁਰਾਨ ਪਾਕ ਦੀ ਇਹ ਨਜ਼ੂਲ ਤੇ ਹੈ। ਇਹ ਸੂਰਤ ਅਨ-ਨਿਸਾ ਗਲਬਨ ਕਿਤਨੇ ਹਿਜਰੀ ਦੇ ਵਿੱਚ ਨਾਜ਼ਲ ਹੋਈ ਹੈ? 3 ਜਾਂ 5 ਹੋਏ? 5 ਕਮੋ ਬੇਸ਼ 5 ਦੇ ਵਿੱਚ। ਅੱਛਾ ਇੱਕ ਮਿੰਟ ਯਾਰ, ਮੇਰੀ ਗੱਲ ਮੁਕੰਮਲ ਹੋਣ ਦੇ, ਉਸ ਤੋਂ ਬਾਅਦ ਬੋਲੀਏ ਨਾ। ਅੱਛਾ ਮੇਰੀ ਗੱਲ ਸੁਣ, ਕੀ ਕਹਿਣ ਲੱਗੇ ਹੋ? ਜਿਹੜੀ ਤੁਸੀਂ ਇੱਥੇ ਪੈਂਚਰ ਉਹ ਨਹੀਂ ਲੱਗਣਾ ਇੱਥੇ, ਗੱਲ ਸੁਣ ਲਓ। ਅੱਛਾ ਸੁਣ ਤਾਂ ਲਓ, ਸੁਣਨਾ ਹੀ, ਮੇਰੀ ਗੱਲ ਮੁਕੰਮਲ ਹੋਣ, ਕੰਪਲੀਟ ਕਰੋ ਕੰਪਲੀਟ। ਅੱਛਾ 5 ਨੇ ਇਹ ਗੱਲ ਬਣ 5 ਨਬਵੀ ਚੋਣਾ ਵੇਖਣੀ ਪੈਣੀ ਹੈ ਜੀ ਕਦੋਂ ਨਾਜ਼ਲ ਹੋਈ ਹੈ। ਤੇ ਉਸ ਦੇ ਵਿੱਚ ਅੱਲਾਹ ਤਾਲਾ ਫਰਮਾ ਰਿਹਾ ਕਿ ਯਾਨੀ ਕਿ ਬਰਫਾਹੁੱਲਾਹੁ ਇਲੈਹ व इन मिन अहलिल किताब इल्ला ला युमिनून बिही क़ब्ला मौतिही, साड़ी यानी ये दलील है नज़ूल दी। और दूसरी है सूरत ज़ुखरफ आयत नंबर 62 है। मैनूं पता है दोनों आयतां, हाँ जी, ये दोनों सूरतां कदों नाज़ 60 नहीं दूसरा, हाँ जी 60, हाँ जी 1 है, हाँ जी। अच्छा ये दोनों सूरतां कदों नाज़ल होईयां, जरा इन्हां दा दसना तुसां कदों नाज़ल? ਮੈਨੂੰ ਸਮਝ ਲੱਗ ਗਈ। ਹੁਣ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਹੁਣ ਤੁਸੀਂ ਮਿਰਾਜ ਦੱਸਣੀ ਹੈ ਕਦੋਂ ਹੋਈ? ਗੱਲ ਸੁਣੋ ਨਾ, ਹੁਣ ਮਿਰਾਜ ਦੱਸਣੀ ਹੈ ਤੁਸੀਂ। ਜੀ ਗੱਲ ਤੇ ਸੁਣ ਲਓ ਨਾ ਹੁਣ ਮੇਰੀ। ਤੁਸੀਂ ਇੱਥੇ ਇਹ ਕਹਿਣ ਲੱਗੇ ਹੋ ਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਇਹ ਫਰਮਾਇਆ ਉਸ ਤੋਂ ਪਹਿਲੇ ਇਹ ਵਾਕਿਆ ਹੋ ਚੁੱਕਿਆ ਹੋਇਆ ਸੀ ਮਿਰਾਜ ਦਾ, ਇਹੀ ਗੱਲ ਕਹਿ ਰਹੇ ਹੋ ਜਿਹੜੀ ਮੈਂ ਤੁਹਾਡੀ ਗੱਲ ਤੋਂ ਸਮਝਿਆ? ਜੀ ਸਿਆਲ ਸਾਹਿਬ
ਮੈਂ ਜਿਹੜੀ ਗੱਲ ਕੀਤੀ ਸੀ, ਮੈਂ ਇਹ ਗੱਲ ਨਹੀਂ ਕੀਤੀ ਨਹੀਂ, ਮੈਨੂੰ ਸੀ ਕਿ ਸਮਝ ਆ ਜਦੋਂ ਗਈ ਕੁਰਾਨ ਨਾ, ਹੁਣ ਮੇਰਾ ਹਾਂਜੀ ਜਵਾਬ ਕੁਰਾਨ ਔਰ ਹਾਂਜੀ ਕੁਰਾਨ ਦੇ ਵਿੱਚ ਬਿਲਕੁਲ ਇਸ਼ਾਰਾ ਠੀਕ ਹੈ। ਤੇ ਹੋਵੇ ਈਸਾ ਜਾਂ ਹਦੀਸ ਦੇ ਅਲੈਹਿਸਲਾਮ ਵਿੱਚ ਸੁਣ ਲਓ ਨਾ, ਅੱਛਾ ਹਜ਼ੂਰ ਪਾਕ ਸੱਲਮ ਦੀ ਸੁਣ ਲਓ ਨਾ, ਹਜ਼ੂਰ ਪਾਕ ਸੱਲਮ ਤੋਂ 600 ਸਾਲ ਪਹਿਲੇ ਗਾਲਬਨ ਈਸਾ ਅਲੈਹਿਸਲਾਮ ਜਿਹੜੇ ਨੇ ਉਹ ਜ਼ਿੰਦਾ ਆਸਮਾਨ ਤੇ ਉਠਾ ਲਏ ਗਏ ਸੀ ਅਕੀਦੇ ਦੇ ਮੁਤਾਬਕ ਤੁਹਾਡੇ। ਜੀ ਜੀ ਸਿਆਲ ਸਾਹਿਬ। ਅੱਛਾ ਪਹਿਲੇ ਨੰਬਰ ਤੇ ਤਾਂ ਨਹੀਂ ਨਹੀਂ, ਇਹ ਮਿਰਾਜ ਦੇਖੋ ਦਾ ਜਿਹੜਾ ਮੈਂ ਵਾਕਿਆ। ਤੁਹਾਨੂੰ ਅੱਛਾ ਸਵਾਲ ਸੁਣ ਲਓ ਕੀਤਾ ਸੁਣ ਉਹਦਾ ਲਓ ਜਵਾਬ ਸੁਣ ਲਓ ਦਿਓ ਨਾ। ਅੱਛਾ ਸੁਣ ਲਓ ਇੱਕ ਮਿੰਟ ਇੱਧਰ ਉਧਰ ਨਹੀਂ ਮੈਂ ਤੁਹਾਨੂੰ ਜਾਣ ਦੇਣਾ। पौने 500 साल कमो बेश पौने 600 साल कमो बेश पहले अल्लाह ताला ने उन्होंने उठा लिया। मिराज दी जिहड़ी ठीक है कैफियत जी, है मिराज बाद वो च होया, किवें अच्छा गल तो सुन लो, गल तो मिराज सुन। शरीफ बाद च होया ना। मिराज अच्छा मिराज दे उत्ते जिहड़े तमाम अंबिया ने आप सल्लम दे पिछे नमाज पढ़ी है, वो कैफियत उन्हां दी की है असां नहीं जानदे, रब जानदा है कि उन्हां दी कैफियत किवें की सी। अच्छा नंबर 2, मैं तुहाडे अगे पहले ही ये पेश कीते है कि जदों अल्लाह ताला ने कुरान पाक दे विच या हदीस दे विच यानी कि अल्लाह दे नबी ने फरमाया कि उन्हां दा नज़ूल होएगा, उस तो बाद अगर ईसा इब्ने मरियम दा किदा नज़ूल साबित है तो फिर तो तुहाडी गल च वजन है, वरना तुहाडी सारी गल्लां फजूल है। सुनो मेरी गल। अच्छा ਗੱਲ ਹੈ ਵੇ ਸਿਆਲ ਸਾਹਿਬ, ਗੱਲ ਹੈ ਵੇ ਕਿ ਤੁਸੀਂ ਹੁਣੇ ਗੱਲ ਦਾ ਇਕਰਾਰ ਕੀਤਾ ਕਿ ਤਕਰੀਬਨ ਪੌਣੇ 600 ਸਾਲ ਪਹਿਲੇ ਸਨ, ਤੇ ਮਿਰਾਜ ਸ਼ਰੀਫ ਦਾ ਵੀ ਤੁਸੀਂ ਬਿਲਕੁਲ ਯਕੀਨ ਰੱਖਦੇ ਹੋਵੋਗੇ ਜੀ ਬਾਅਦ ਚ ਹੋਇਆ। ਤੇ ਜਦੋਂ ਹੋਇਆ ਬਾਅਦ ਚੋਂ ਤਾਂ ਈਸਾ ਅਲੈਹਿਸਲਾਮ ਦਾ ਜਿਹੜਾ ਨਜ਼ੂਲ ਏ ਉਹ ਬਾਅਦ ਚ ਹੋਇਆ, ਜਦੋਂ ਅੱਲਾਹ ਤਾਲਾ ਨੇ ਉਹਨੂੰ ਜ਼ਿੰਦਾ ਆਸਮਾਨ ਤੇ ਉਠਾ ਲਿਆ ਉਸ ਤੋਂ ਬਾਅਦ ਨਜ਼ੂਲ ਹੋਇਆ ਜਨਾਬ ਸਿਆਲ ਸਾਹਿਬ। ਉਸ ਤੋਂ ਬਾਅਦ ਨਜ਼ੂਲ ਹੋ ਚੁੱਕਿਆ ਹੈ ਤੇ ਤੁਸੀਂ ਹਲੇ ਕਹਿ ਰਹੇ ਹੋ ਕਿ ਜੀ ਉਹਨਾਂ ਦਾ ਫਿਰ ਨਜ਼ੂਲ ਹੋਣਾ। ਤੇ ਇੱਕ ਤੇ ਗੱਲ ਇੱਥੋਂ ਤੁਹਾਡੀ ਜਿਹੜੀ ਏ ਉਹ ਫੜੀ ਗਈ ਤੇ ਜਮਾਤ ਜਿਹੜੀ ਏ ਉਹ ਤੁਹਾਨੂੰ ਇੱਥੋਂ ਹੀ ਫੜਦੀ ਏ। ਹੁਣ ਜਾ ਕੇ ਜਿਹਦੇ ਨਾਲ ਵੀ ਗੱਲ ਕਰ ਲਓ, ਕੁਛ ਜਿਹੜੇ ਬੰਦੇ ਜਿਨ੍ਹਾਂ ਨੂੰ ਨਹੀਂ ਇਲਮ ਜਮਾਤ ਦਾ ਉਹ ਤੁਹਾਨੂੰ ਇਸ ਜਗ੍ਹਾ ਤੇ ਗੱਲ ਨਹੀਂ ਜੇ ਕਰਦੇ, ਪਰ ਕੋਈ ਮੇਰੇ ਬੰਦੇ ਨਾਲ ਕਰੋਗੇ ਜਾਂ ਕਿਸੇ ਹੋਰ ਵੱਡੇ ਜਿਹੜੇ ਮੁਰੱਬੀ ਸਾਡੇ ਨੇ ਉਹਦੇ ਨਾਲ ਗੱਲ ਕਰੋਗੇ ਤੇ ਉਹ ਤੁਹਾਨੂੰ ਇਹੀ ਜਵਾਬ ਦੇਗਾ। ਤੇ ਬਿਲਕੁਲ ਠੀਕ ਹੈ, ਮਿਰਜ਼ਾ ਸਾਹਿਬ ਨੇ ਵੀ ਇਹੀ ਲਿਖਿਆ ਹੋਇਆ। ਤੇ ਤੁਸੀਂ ਹੁਣ ਆਓ ਤੇ ਦੱਸੋ ਕਿ ਜੀ ਇਹ ਗਲਤ ਅਕੀਦਾ ਤੇ ਤੁਹਾਡਾ ਦਰੁਸਤ ਹੈ। ਇੱਕ ਗੱਲ ਹੋ ਗਈ। ਫਿਰ ਦੂਜੀ ਗੱਲ ਹੈ ਵੇ ਕਿ ਜੀ ਸਿਆਲ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ ਆਪ ਇਸ ਗੱਲ ਦਾ ਇਕਰਾਰ ਕੀਤਾ ਕਿ ਜੀ ਈਸਾ ਅਲੈਹਿਸਲਾਮ, ਬਲਕਿ ਦਲੀਲ ਵੀ ਦਿੱਤੀ ਤੇ ਮੈਂ ਵੀ ਤੁਹਾਡੇ ਨਾਲ ਐਗਰੀ ਕਰ ਗਿਆ ਕਿ ਜੀ ਈਸਾ ਅਲੈਹਿਸਲਾਮ ਜਿਹੜੇ ਨੇ ਉਹ ਉਮਤੀ ਨੇ ਤੇ ਸਾਰੇ ਜਿਹੜੇ ਨਬੀ ਨੇ ਉਹ ਹੁੰਦੇ ਨੇ। ਦੂਜੀ ਗੱਲ ਤੁਸੀਂ ਇਹ ਆਪ ਮੰਨਿਆ, ਫਿਰ ਤੁਸੀਂ ਕਹਿੰਦੇ ਕਿ ਜਿਹੜਾ ਉਮਤੀ ਨਬੀ ਹੈ ਉਹ ਤਾਂ ਤੇ ਕੁਰਾਨ ਕਰੀਮ ਤੇ ਹਦੀਸ 'ਚ ਜ਼ਿਕਰ ਹੀ ਕੋਈ ਨਹੀਂ। ਹੁਣ ਮੈਨੂੰ ਇਹ ਦੱਸੋ ਕਿ ਜੀ ਮਿਰਜ਼ਾ ਸਾਹਿਬ ਦਾ ਜਿਹੜਾ ਦਾਵਾ ਕੀਤਾ ਹੈ ਉਮਤੀ ਨਬੀ ਦਾ, ਉਹ ਜਮਾਤ ਜਿਹੜਾ ਸਾਰਾ ਕਹਿੰਦੀ ਹੈ ਡਿਫੈਂਡ ਕਰਦੀ ਹੈ, ਤੇ ਤੁਸੀਂ ਤੇ ਜਮਾਤ ਨੂੰ ਆਪ ਸਹੀ ਪ੍ਰੂਫ ਕਰ ਰਹੇ ਹੋ ਆਪ ਜਿਹੜੀਆਂ ਮਿਸਾਲਾਂ ਦੇ ਕੇ ਕਿ ਜੀ ਉਮਤੀ ਨਬੀ ਜਿਹੜੇ ਨੇ ਜਿਹੜੇ, ਕਿਉਂਕਿ ਤੁਸੀਂ ਮੰਨਦੇ ਹੋ ਕਿ ਜੀ ਈਸਾ ਅਲੈਹਿਸਲਾਮ ਉਮਤੀ ਨੇ ਤੇ ਉਹ ਨਬੀ ਵੀ ਨੇ, ਇਹ ਵੀ ਤੁਸੀਂ ਮੰਨ ਲਿਆ ਕਿਉਂਕਿ ਆਉਣ ਵਾਲੇ ਨੂੰ 4 ਮਰਤਬਾ ਨਬੀਉੱਲਾ ਕਿਹਾ ਹਜ਼ੂਰ ਪਾਕ ਸੱਲਮ ਨੇ, ਤੇ ਉਮਤੀ ਨਬੀ ਵਾਲਾ ਅਕੀਦਾ ਤੇ ਇੱਥੋਂ ਵੀ ਦਰੁਸਤ ਹੋ ਗਿਆ ਸਿਆਲ ਸਾਹਿਬ। ਆਓ ਹੁਣ ਦੱਸੋ। अच्छा मीर साहब पहले नंबर ते तां देखो कुरान आदरू कुरान पाक तमाम अंबिया आप सल्लल्लाहु अलैहि वसल्लम दे उम्मती ने, ਇਹਦੇ ਵਿੱਚ ਈਸਾ अलैहिस्सलाम ਨੂੰ ਕੋਈ ਅਲੱਗਾ ਅਸੀਅਤ ਹਾਸਿਲ ਨਹੀਂ ਹੈ। ਪਹਿਲੀ ਤਾਂ ਗੱਲ ਇਹ ਯਾਦ ਰੱਖੋ कि तमाम अंबिया दा उम्मती होना ये कुरान पाक तो साबित है। किसी उम्मती दा नबी होना ये दलील तुसां देनी है कि कुरान और हदीस तो कि आप सल्लम ने फरमाया हो कि मेरा उम्मती यानी कि नबी बनेगा, कोई हदीस तुसां पेश करनी है। और फिर ये गल याद रखो कि जेडे अंबिया आप सल्लम ते पहले यानी कि आप सल्लम तो पहले दावा नबूवत कर चुके ने और ईसा अलैहिस्सलाम दा वापस आना किधरे भी नहीं साबित किया। कहेंगे कि ऐ उम्मत मुहम्मदिया मैं तुम्हारी तरफ रसूल हूँ, या कहेंगे कि कुल या अय्युहन्नास इन्नी रसूलुल्लाह अलैकुम जमिया, ये बिल्कुल साबित नहीं है। लिहाजा कुरान पाक अज़रूए कुरान पाक तमाम अंबिया दा उम्मती होना तो साबित है, लेकिन किसी आप सल्लम दे दावे तो बाद किसी उम्मती दा नबी होना साबित नहीं है। इस चीज़ की दलील तुसां देनी है कि तुसां बार बार कह रहे हो जी तुसां भी तो उम्मती नबी मान रहे हो, इसकी दलील तुसां देनी है कि उम्मती भी नबी बनेगा। अच्छा दूसरे नंबर तुसां फरमाया है कि मिराज दे वक़्त ईसा अलैहिस्सलाम दा नज़ूल होया। पहले नंबर ते तो उसकी कैफियत अल्लाह जानदा है, साडे कोल कोई नहीं है कि ईसा इब्ने मरियम दा नज़ूल होया या ये वो। अगर तो कोई हदीस है कि ईसा इब्ने मरियम दा नज़ूल होया या तमाम अंबिया दा नज़ूल
नज़ूल दी कैफियत कोई दसनी है कि जिसम समायत आए ने और नज़ूल होया, तो वो तुहाडे ज़िम्मे है। तीसरे नंबर ते मैं अच्छा गल मुकम्मल होने दे मेरे एक मिनट मेरी हुण गल तां मेरी मुकम्मल। अच्छा तीसरे नंबर ते मैं जदों पहले ही बयान कीता है कि जदों अल्लाह ने या अल्लाह दे नबी ने फरमाया कि ईसा इब्न मरियम दा नज़ूल होएगा, उस तो पहले अगर मिसाल उस तो बाद तुसां कोई हवाला देना है कि उस तो बाद जिहड़ा है यानी कि उन्हां दा नज़ूल होया है, तो वो फिर साबित तुसां करना है। मिराज दा वाक़या सूरत अन-निसा दे यानी कि नज़ूल तो पहले है, इस वास्ते वो तुहाडी गल विच बिल्कुल वजन कोई नहीं, तुहाडा दावा सरासर गलत साबित। ਹੁਣ ਸਿਆਲ ਸਾਹਿਬ 3 ਗੱਲਾਂ ਕਰ ਲਈਆਂ ਨੇ, ਹੁਣ ਦੂਜੀ ਗੱਲ ਕਿਹੜੀ ਕੀਤੀ ਸੀ ਭੁਲਾਤੀ ਹੈ, ਫਿਰ ਕਰੋ। ਇਸ ਵਾਰ ਤਾਂ ਕਿਹਾ ਸੀ ਵਾਰੀ ਵਾਰੀ ਲੈ ਲਿਆ ਕਰੋ ਜਵਾਬ, ਸਾਰਿਆਂ ਨੂੰ ਦਵਾਂਗੇ, ਟੈਨਸ਼ਨ ਨਹੀਂ ਲੈਣੀ। ਦੂਜੀ ਗੱਲ ਕਿਹੜਾ ਕੀਤੀ ਸੀ? ਚਲੋ ਤਿੰਨੋਂ ਗੱਲ ਮੁਖਤਸਰ ਕਰ ਦੇਣਾ, ਤਿੰਨੋਂ ਨਹੀਂ ਨਹੀਂ ਪਹਿਲੇ ਦੋ ਗੱਲ ਇਹ ਕੀਤੀਆਂ ਨੇ ਉਹ ਕਰੋ ਫਿਰ, ਜਾਂ ਇੱਕ ਇੱਕ ਕਰਕੇ ਕਰ ਲਓ। ਅੱਛਾ ਪਹਿਲੀ ਕੀਤੀ ਹੈ ਕਿ ਅੰਬੀਆ ਦਾ ਯਾਨੀ ਕਿ ਨਬੀ ਦਾ ਉਮਤੀ ਹੋਣਾ ਤਾਂ ਕੁਰਾਨ ਤੋਂ ਸਾਬਿਤ ਹੈ, ਯਾਨੀ ਕਿ ਸਾਬਕਾ ਅੰਬੀਆ ਦਾ ਉਮਤੀ ਹੋਣਾ ਤਾਂ ਸਾਬਿਤ ਹੈ ਨਬੀ ਦਾ, ਲੇਕਿਨ ਆਪ ਸੱਲਮ ਦੇ ਦਾਵਾ ਨਬੂਵਤ ਤੋਂ ਬਾਅਦ ਕਿਸੇ ਉਮਤੀ ਦਾ ਨਬੀ ਹੋਣਾ ਜਾਂ ਬਣਨਾ, ਇਹ ਤੁਸਾਂ ਦਲੀਲ ਦੇਣੀ ਉਸ ਚੀਜ਼ ਦੀ ਕਿ ਫਲਾਂ ਮਿਸਾਲ ਨਬੀ ਬਣਨਾ। ਅੱਛਾ ਦੂਸਰਾ ਮੈਂ ਕਿਹਾ ਹੈ ਕਿ ਸੂਰਤ ਅਨ-ਨਿਸਾ ਜਿਹੜੀ ਹੈ ਇਹਦਾ ਨਜ਼ੂਲ ਕਮੋ ਬੇਸ਼ 5 ਹਿਜਰੀ ਦੇ ਵਿੱਚ ਹੋਇਆ ਹੈ। ਇਸ ਤੋਂ ਪਹਿਲੇ ਜਿਹੜਾ ਹੈ ਉਹ ਤੋਂ ਜਿਹੜਾ ਹੈ ਕੋਈ ਨਜ਼ੂਲ ਜਾਂ ਇਹ ਉਹ ਪਹਿਲੇ ਨੰਬਰ ਤੇ ਤਾਂ ਤੁਸੀਂ ਸਾਬਿਤ ਕਰਨਾ ਹੈ ਕਿ ਉਹਨਾਂ ਦਾ ਨਜ਼ੂਲ ਹੋਇਆ ਸੀ ਜਿਸਮਾਨੀ ਤੌਰ ਤੇ। ਦੂਜਾ ਸਵਾਲ ਲੇਕਿਨ ਤੀਸਰਾ ਮੇਰਾ ਸੀ ਕਿ ਇਸ ਤੋਂ ਬਾਅਦ ਇਸ 5 ਹਿਜਰੀ ਤੋਂ ਬਾਅਦ ਈਸਾ ਇਬਨ ਮਰੀਮ ਦਾ ਤੁਹਾਡਾ ਕੋਈ ਹੋਰ ਸੀ, ਹੁਣ ਤੁਸੀਂ ਚੇਂਜ ਕਰ ਲਿਆ, ਕੀ ਸੀ ਸਵਾਲ? ਰਿਪੀਟ ਕਰੋ। दूसरा सवाल तो सारे ने मैं 3-4 गल्लां कीतियां ने जेड़े अपने दलीलां नहीं नहीं ते 3 सवाल इस वे तो ਤੁਹਾਨੂੰ देखो ना ਹੁਣ ਤੁਸੀਂ ਆਪ ਭੁੱਲ ਗਏ ਹੋ ਸਿਆਲ ਸਾਹਿਬ, ਇਸ ਲਈ ਤੁਹਾਨੂੰ ਕਿਹਾ ਸੀ ਗੱਲਾਂ ਜਿਹੜੀਆਂ ਨੇ ਉਹ ਬਾਰੋ ਬਾਰੀ ਕਰਿਆ ਕਰੋ। दूसरा ਇਹ ਸੀ ਗੱਲ ਬਣਾ ਯਾਨੀ ਕਿ ਦੂਸਰੇ ਦੇ ਵਿੱਚ ਇਹ ਸੀ ਨਾ ਬਈ ਯਾਨੀ ਕਿ ਮੇਨ ਤਾਂ ਇਹੀ ਸੀ ਬਈ 5 ਹਿਜਰੀ ਤੋਂ ਪਹਿਲੇ ਜਿਹੜਾ ਹੈ ਈਸਾ ਇਬਨ ਮਰੀਮ ਦਾ ਮਿਰਾਜ ਦੇ ਵਕਤ ਜਿਹੜਾ ਮੈਨੂੰ ਸਮਝ ਆ ਗਈ ਯਾਰ। ਸੁਣੋ ਜੀ ਸੁਣੋ ਜੀ, ਪਹਿਲੇ ਜੀ ਇਹਨਾਂ ਨੇ ਸਵਾਲ ਜਿਹੜਾ ਕੀਤਾ ਸੀ ਨਾ, ਵੇਖੋ ਇਹ ਵਾਰੀ ਵਾਰੀ ਗੱਲ ਹੁੰਦੀ। ਇਹਨਾਂ ਨੇ ਇਹ ਕਿਹਾ ਕਿ ਜੀ ਜਦੋਂ ਮਿਰਾਜ ਸ਼ਰੀਫ ਦਾ ਵਾਕਿਆ ਹੋਇਆ ਉਸ ਤੋਂ ਬਾਅਦ ਮੈਨੂੰ ਇਹ ਦਲੀਲ ਦਿਓ ਕਿ ਇਹ ਸਾਬਤ ਨਹੀਂ ਕਿ ਜੀ ਸਾਰੇ ਜਿਹੜੇ ਅੰਬੀਆ ਨੇ ਬਸ਼ਮੂਲ ਈਸਾ ਅਲੈਹਿਸਲਾਮ ਉਹ ਜਿਸਮੇ ਅੰਸਰੀ ਦੇ ਨਾਲ ਆਏ ਨੇ ਜਾਂ ਨਹੀਂ ਆਏ, ਇਹ ਸਾਬਤ ਨਹੀਂ। ਤੇ ਸਿਆਲ ਸਾਹਿਬ ਗੱਲ ਹੈ ਵੇ ਕਿ ਹੁਣ ਬੜੀ ਧਿਆਨ ਨਾਲ ਗੱਲ ਸੁਣਿਓ, ਜਮਾਤ ਜਿਹੜੀ ਜਮਾਤੇ ਅਹਿਮਦੀਆ ਦਾ ਅਕੀਦਾ ਤੁਹਾਨੂੰ ਪਤਾ, ਉਹ ਤੇ ਕਹਿੰਦੇ ਕਿ ਇਹ ਕਸ਼ਫੀ ਨਜ਼ਾਰਾ, ਤੇ ਤੁਸੀਂ ਜਿਹੜਾ ਉਹ ਤੇ ਇਸ ਪਾਸੇ ਜਾ ਰਹੇ ਹੋ ਕਿ ਤੁਸੀਂ ਤੇ ਆਪ ਇਹ ਸਾਬਤ ਕਰ ਰਹੇ ਹੋਗੇ ਜੀ ਇਹ ਜਿਹੜਾ ਮਿਰਾਜ ਸ਼ਰੀਫ ਦਾ ਵਾਕਿਆ ਹੈ ਉਹ ਕਸ਼ਫੀ ਨਜ਼ਾਰਾ। ਤੁਸੀਂ ਤੇ ਜਮਾਤੇ ਅਹਿਮਦੀਆ ਦੇ ਅਕੀਦੇ ਨੂੰ ਉਹਦਾ ਜਿਹੜੇ ਉਹਦੀ ਤਾਈਦ ਕਰ ਰਹੇ ਹੋ, ਕਿਉਂਕਿ ਜੇ ਤੁਸੀਂ ਨਹੀਂ ਮੰਨਦੇ ਜਿਸਮੇ ਅੰਸਰੀ ਨਾ ਤੇ ਫਿਰ ਤੇ ਗੱਲ ਤਾਂ ਸਾਡੀ ਸਾਬਤ ਹੋ ਗਈ, ਜਿਹੜੀ ਜਮਾਤ ਜਿਹੜੀ ਬਹਿ ਕੇ ਕਹਿੰਦੀ ਹੈ। ਤੁਸੀਂ ਤਾਂ ਜਮਾਤ ਦੇ ਅਕੀਦੇ ਦੇ ਨਾਲ ਚੱਲ ਰਹੇ ਹੋ, ਕਿਉਂਕਿ ਜਿਸਮੇ ਅੰਸਰੀ ਦੇ ਨਾਲ ਨਹੀਂ ਆਏ ਜੇ ਅੰਬੀਆ ਇਕਰਾਮ ਤੇ ਫਿਰ ਕਸ਼ਫੀ ਨਜ਼ਾਰਾ। ਹਾਂ ਅਗਰ ਆਏ ਨੇ ਤੇ ਫਿਰ ਕਸ਼ਫੀ ਨਜ਼ਾਰਾ ਨਹੀਂ। ਤੇ ਹੁਣ ਤੇ ਜੇ ਆਪਣੀ ਟਰਨ 'ਚ ਆਓਗੇ ਤੇ ਇਸ ਗੱਲ ਦਾ ਤੁਸੀਂ ਜਵਾਬ ਦੇਣਾ, ਕਿਉਂਕਿ ਆ ਤੁਸੀਂ ਸਵਾਲ ਕੀਤਾ ਤੇ ਮਤਲਬ ਇਹਦਾ ਤੁਹਾਡੇ ਵਿੱਚ ਆਪ ਡਾਊਟ ਹੈ ਕਿ ਤੁਸੀਂ ਤੁਹਾਨੂੰ ਯਕੀਨ ਨਹੀਂ ਕਿ ਜੀ ਬਸ਼ਮੂਲ ਜਿਸਮੇ ਅੰਸਰੀ ਦੇ ਨਾਲ ਸਨ ਜਾਂ ਇਸ ਤੋਂ ਬਗੈਰ ਸਨ। ਇੱਕ ਗੱਲ ਹੋ। ਅੱਛਾ ਜੀ ਦੂਸਰੀ ਗੱਲ ਤੁਸੀਂ ਕੀਤੀ ਕਿ ਜੀ ਹਰ ਜਿਹੜਾ ਉਮਤੀ ਏ ਹਰ ਮਤਲਬ ਉਮਤੀ ਦਾ ਜਿਹੜਾ ਨਬੀ ਹੋਣਾ ਸਾਬਤ ਨਹੀਂ, ਨਬੀ ਜਿਹੜਾ ਉਮਤੀ ਹੋ ਸਕਦਾ, ਇਹੀ ਗੱਲ ਕੀਤੀ ਸੀ ਨਾ ਸਿਆਲ ਸਾਹਿਬ। ਅੱਛਾ ਜੀ ਸੁਣੋ, ਹਜ਼ੂਰ ਪਾਕ ਸੱਲਮ ਨੇ ਕਲੀਅਰ ਜਿਹੜਾ ਉਹ ਫਰਮਾ ਦਿੱਤਾ ਕਿ ਉਮਤੀ ਦਾ ਜਿਹੜਾ ਦਲੀਲ ਹੈ ਤੁਸੀਂ ਆਪ ਦੇਤੇ ਹੋ, ਮੈਨੂੰ ਦੇਣ ਦੀ ਲੋੜ ਨਹੀਂ। ਨਬੀ ਦੀ ਸੁਣ ਲਓ, ਨਬੀ ਦੀ ਸਹੀ ਮੁਸਲਿਮ ਦੀ 73 ਹਦੀਸ ਹੈ ਜਿਹਦੇ ਵਿੱਚ ਆਉਣ ਵਾਲੇ ਨੂੰ 4 ਮਰਤਬਾ ਨਬੀਉੱਲਾ ਕਹਿ ਕੇ ਹਜ਼ੂਰ ਪਾਕ ਸੱਲਮ ਨੇ ਪੁਕਾਰਿਆ। ਤੇ ਇੱਥੋਂ ਤੁਹਾਡਾ ਇਹ ਵੀ ਸਾਬਤ ਹੋ ਗਿਆ ਕਿ ਜਿਹੜਾ ਆਉਣ ਵਾਲਾ ਹੈ ਉਮਤੀ ਤੇ ਤੁਸੀਂ ਸਾਬਤ ਕਰਦਾ ਤੇ ਨਬੀ ਮੈਂ ਸਾਬਤ ਕਰਤਾ। ਇੱਕ ਗੱਲ। ਫਿਰ ਦੂਜਾ ਵੀ ਸੁਣ ਲਓ, ਇੱਕ ਹੋਰ ਦਲੀਲ ਸੁਣ ਲਓ, ਸੂਰਾ ਨਿਸਾ ਦੀ ਆਇਤ ਨੰਬਰ 60, ਠੀਕ ਹੈ, ਉਹਦਾ ਮੇਰੇ ਕੋਲ ਸਾਹਮਣੇ ਨਹੀਂ ਖੁੱਲੀ ਹੋਈ, ਵਮਨ ਯੂਤੀ ਅੱਲਾਹ ਇੱਥੋਂ ਸਟਾਰਟ ਹੁੰਦਾ। ਕੀ ਤਰਜਮਾ ਜੇ? ਤਰਜਮਾ ਪੜ੍ਹ ਦੇਣਾ, ਮਫਹੂਮ ਪੜ੍ਹ ਦੇਣਾ ਕਿ ਜੋ ਕੋਈ ਅੱਲਾਹ ਔਰ ਉਸਕੇ ਰਸੂਲ ਕੀ ਇਤਾਅਤ ਕਰੇਗਾ ਤੇ ਉਹਨੂੰ 4 ਇਨਾਮ ਮਿਲਣਗੇ। ਕਿਹੜੇ? ਉਹ ਨਬੀ ਬਣਨਗੇ, ਉਹ ਸਿੱਦੀਕੀਨ ਬਣਨਗੇ, ਉਹ ਸਾਲਹੀਨ ਬਣਨਗੇ ਤੇ ਸ਼ੋਹਦਾ ਬਣਨਗੇ। ਠੀਕ ਹੈ, ਇਹ 4 ਇਨਾਮ ਜਿਹੜੇ ਨੇ ਆਇਤ ਲਿਖੇ ਨੇ, ਜਿਹੜੇ ਜਮਾਤ ਜਿਹੜੀ ਏ ਉਹ ਡਿਫੈਂਡ ਕਰਦੀ ਇਸ ਚੀਜ਼ ਨੂੰ, ਤੇ ਤੁਸੀਂ ਜਵਾਬ ਇਹਦਾ ਨਹੀਂ ਦੇ ਸਕਦੇ। ਇਹ ਗੱਲ ਜ਼ਿਹਨ 'ਚ ਰੱਖਿਓ। ਠੀਕ ਹੋ ਗਿਆ।
ਤੇ ਹੁਣ ਤੁਸੀਂ ਮੈਨੂੰ ਕਿਹਾ ਸੀ ਕਿ ਜੀ ਉਮਤੀ ਦਾ ਨਬੀ ਹੋਣਾ ਕਿਵੇਂ ਸਾਬਤ ਹੋ ਸਕਦਾ? ਤੇ ਜਨਾਬ ਮੈਂ ਜਿਹੜੀ ਆਇਤ ਪੜ੍ਹੀ ਹੈ, ਕੀ ਪੜ੍ਹੀ ਹੈ? ਅੱਲਾ ਔਰ ਉਹਦੇ ਰਸੂਲ ਦੀ ਇਤਾਅਤ ਕੌਣ ਕਰੇਗਾ? ਕੋਈ ਗੈਰ ਉਮਤੀ ਅੱਲਾ ਔਰ ਉਹਦੇ ਰਸੂਲ ਦੀ ਇਤਾਅਤ ਕਰ ਸਕਦਾ? ਇਹਦਾ ਜਵਾਬ ਤੁਸੀਂ ਸਿਆਲ ਜੰਗ ਵਾਲਾ ਤੁਸੀਂ ਆ ਕੇ ਜਵਾਬ ਦੇਣਾ। ਜੇ ਤੇ ਤੁਸੀਂ ਕਹੋ ਕਿ ਨਹੀਂ ਕਰ ਸਕਦਾ ਤੇ ਫਿਰ ਇਹਦਾ ਮਤਲਬ ਉਮਤ 'ਚ ਸ਼ਾਮਲ ਹੈ। ਇੱਕ ਗੱਲ ਹੋ ਗਈ। ਫਿਰ ਜਿਹੜਾ ਉਮਤ 'ਚ ਸ਼ਾਮਲ ਹੈ ਉਹਨੂੰ 4 ਇਨਾਮ ਵੀ ਮਿਲ ਰਹੇ ਨੇ, ਉਹ ਨਬੀ ਵੀ ਬਣ ਰਿਹਾ, ਰਸੂਲ ਉਹ ਮਤਲਬ ਸਿੱਦੀਕੀਨ ਵੀ ਬਣ ਰਿਹਾ, ਸ਼ੋਹਦਾ ਵੀ ਬਣ ਰਿਹਾ ਤੇ ਸਾਲੀਨ ਵੀ ਬਣ ਰਿਹਾ। ਤੇ ਇਹ ਤੁਹਾਡਾ ਜਿਹੜਾ ਪੁਆਇੰਟ ਸੀ, ਮੈਂ ਤੁਹਾਨੂੰ ਦੋਵੇਂ ਜਿਹੜਾ ਜਮਾਤ ਦਾ ਜਿਹੜਾ ਮੌਕਫ ਹੈ ਉਹ ਤੁਹਾਡੇ ਸਾਹਮਣੇ ਰੱਖਤਾ। ਤੇ ਹੁਣ ਸਿਆਲ ਜੰਗ ਜੇ ਤੁਹਾਡਾ ਕੋਈ ਕੁਐਸਚਨ ਹੈ ਤੇ ਦੱਸੋ, ਨਹੀਂ ਮੇਰਾ ਖਿਆਲ ਹੈ ਕਿ ਗੱਲ ਵੈਸੇ ਕਲੀਅਰ ਹੋ ਗਈ ਜੀ। ਮੀਰ ਸਾਹਿਬ, ਮੈਂ ਸਭ ਤੋਂ ਪਹਿਲੇ ਤੁਹਾਡੇ ਅੱਗੇ ਜਿਹੜਾ ਇੱਕ ਦਾਵਾ ਕੀਤਾ ਸੀ ਕਿ ਆਪ ਯਾਨੀ ਕਿ ਕੁਰਾਨ ਪਾਕ ਦੇ ਵਿੱਚ ਜਾਂ ਹਦੀਸ ਦੇ ਵਿੱਚ ਜਿਸ ਦੇ ਵਿੱਚ ਈਸਾ ਇਬਨ ਮਰੀਮ ਦਾ ਜ਼ਿਕਰ ਹੈ, ਨਜ਼ੂਲ ਦਾ ਜ਼ਿਕਰ ਹੈ, ਉਸ ਤੋਂ ਬਾਅਦ ਈਸਾ ਇਬਨ ਮਰੀਮ ਦਾ ਅਗਰ ਤੁਸੀਂ ਨਜ਼ੂਲ ਸਾਬਿਤ ਕਰਦੇ ਹੋ ਤਾਂ ਤੁਹਾਡੀ ਗੱਲ ਦੇ ਵਿੱਚ ਵਜ਼ਨ ਹੈ। ਔਰ ਮੈਂ ਤੁਹਾਨੂੰ ਦਲੀਲ ਪੇਸ਼ ਕੀਤੀ ਹੈ ਸੂਰਤ ਅਨ-ਨਿਸਾ ਦੀ ਆਇਤ ਨੰਬਰ 158 ਗੱਲ ਮਨ ਬਣਦੀ ਹੈ ਵਾ ਇਮਨ ਅਹਲਿਲ ਕਿਤਾਬੇ इल्ला ला युमिनूना बिही क़ब्ल मौत। 59 है। अच्छा, ਜਿਹੜੀ 5 ਹਿਜਰੀ ਦੇ ਵਿੱਚ ਨਾਜ਼ਿਲ ਹੋਈ ਹੈ ਸੂਰਤ ਅਨ-ਨਿਸਾ, ਯਾਨੀ 5 ਹਿਜਰੀ ਦੇ ਵਿੱਚ ਸਾਨੂੰ ਹੁਕਮ ਮਿਲ ਰਿਹਾ ਕਿ ਈਸਾ ਇਬਨ ਮਰੀਮ ਦਾ ਨਜ਼ੂਲ ਹੋਏਗਾ। ਉਸ ਤੋਂ ਬਾਅਦ ਤੁਸੀਂ ਇਸ ਵਕਤ ਤੱਕ ਕੋਈ ਹਵਾਲਾ ਨਹੀਂ ਦੇ ਸਕੇ ਜੋ ਈਸਾ ਇਬਨ ਮਰੀਮ ਦਾ ਨਜ਼ੂਲ ਹੋ ਚੁੱਕਾ ਹੈ। ਲਿਹਾਜ਼ਾ ਤੁਹਾਡਾ ਦਾਵਾ ਸਰਾਸਰ ਗਲਤ ਹੈ। ਤੁਸੀਂ ਮਿਰਾਜ ਦੇ ਵਕਤ ਈਸਾ ਇਬਨ ਮਰੀਮ ਦਾ ਨਜ਼ੂਲ ਦੀ ਦਲੀਲ ਦੇ ਰਹੇ ਹੋ। ਪਹਿਲੇ ਨੰਬਰ ਤੇ ਤਾਂ ਮੇਰੇ ਉਸ ਦੀ ਜਿਹੜਾ ਮੈਂ ਦਾਵਾ ਕੀਤਾ ਸੀ ਉਹਦੇ ਸਰਾਸਰ ਖਿਲਾਫ ਦੇ ਰਹੇ ਹੋ। ਦੂਸਰੇ ਨੰਬਰ ਤੇ 1,24,000 ਅੰਬੀਆ ਜਿਨ੍ਹਾਂ ਦੇ ਵਿੱਚ ਮਾਂ ਸਿਵਾ ਈਸਾ ਇਬਨ ਮਰੀਮ ਦੇ ਬਾਕੀ ਯਾਨੀ ਆਪ ਸਲਮ ਤੋਂ ਇਲਾਵਾ ਸਾਰੇ ਅੰਬੀਆ ਫੌਤਸ਼ੁਦਾ ਨੇ। ਉਹ ਕਿਸ ਜਿਸਮ ਨਾਲ ਆਏ ਤੁਸੀਂ ਕਹਿ ਰਹੇ ਹੋ ਜੋ ਜਿਸਮ ਅਨਸਰੀ ਦੇ ਨਾਲ ਸਾਰਿਆਂ ਨੇ ਨਮਾਜ਼ ਪੜ੍ਹੀ ਹੈ। ਇਸ ਦਾ ਸਬੂਤ ਤੁਸੀਂ ਦੇਣਾ ਕਿ ਜਿਸਮ ਅਨਸਰੀ ਨਾਲ ਸਾਰੇ ਅੰਬੀਆ ਆਏ, ਕਿਉਂਕਿ ਸਾਡਾ ਈਮਾਨ ਹੈ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਉਹ ਤਾਂ ਗਏ ਨੇ ਜਿਸਮ ਅਨਸਰੀ ਦੇ ਨਾਲ ਗਏ ਨੇ। ਬਾਕੀ ਅੰਬੀਆ ਦੀ ਕੈਫੀਅਤ ਕੀ ਹੈ ਇਹ ਅੱਲਾ ਜਾਣਦਾ ਹੈ ਔਰ ਉਸ ਦਾ ਰਸੂਲ ਬਿਹਤਰ ਜਾਣਦੇ ਨੇ, ਸਾਨੂੰ ਉਸ ਦੀ ਕੈਫੀਅਤ ਦਾ ਨਹੀਂ ਪਤਾ। ਲਿਹਾਜ਼ਾ ਈਸਾ ਇਬਨ ਮਰੀਮ ਦਾ ਜਿਹੜਾ ਆਣਾ ਹੈ ਜਾਂ ਉਹਨਾਂ ਦਾ ਨਮਾਜ਼ ਪੜ੍ਹਨਾ ਉਹਦੀ ਕੈਫੀਅਤ ਕੀ ਹੈ। ਫਿਰ ਮਿਰਜ਼ਾ ਗੁਲਾਮ ਮੁਹੰਮਦ ਕਾਦੀਆਨੀ ਸਾਹਿਬ ਇਹ ਫਰਮਾਉਂਦੇ ਨੇ ਕਿ ਜਿਹੜੇ ਅੱਲਾ ਦੇ ਵਲੀ ਕਹਿ ਲਓ ਜਾਂ ਨੇਕ ਬੰਦੇ ਨੇ ਉਹ ਇੱਕ ਟਾਈਮ ਤੇ 3 ਜਗ੍ਹਾ ਤੇ ਵੀ ਦੇਖੇ ਜਾ ਸਕਦੇ ਨੇ, ਯਾਨੀ ਕਿ ਔਰ ਦੇਖੇ ਗਏ ਨੇ। ਅੱਛਾ, ਇਹਦੇ ਤੋਂ ਸਾਬਤ ਹੋਇਆ ਕਿ ਅਗਰ ਅੱਲਾ ਦੇ ਨਬੀ ਜਿਹੜੇ ਨੇ, ਅੱਲਾ ਦੇ ਵਲੀ ਜਿਹੜੇ ਨੇ ਉਹ ਇੱਕ ਟਾਈਮ ਤੇ ਮੁਖਤਲਿਫ ਜਗ੍ਹਾ ਤੇ ਜਾ ਕੇ ਯਾਨੀ ਕਿ ਮੌਜੂਦ ਹੋ ਸਕਦੇ ਨੇ ਤੇ ਅੱਲਾ ਦੇ ਅੰਬੀਆ ਜਿਹੜੇ ਮਿਸਾਲ ਹਨ ਉਹ ਵੀ ਜਾ ਸਕਦੇ ਨੇ। ਲਿਹਾਜ਼ਾ ਇਹਦੀ ਜ਼ਰੂਰੀ ਨਹੀਂ ਹੈ ਕਿ ਇਹ ਕੈਫੀਅਤ ਜਿਹੜੀ ਈਸਾ ਇਬਨ ਮਰੀਮ ਦਾ ਜਿਸਮ ਅਨਸਰੀ ਦੇ ਨਾਲ ਹੀ ਨਜ਼ੂਲ ਹੋਇਆ ਹੋਵੇ। ਜਿਸ ਤਰ੍ਹਾਂ ਬਾਕੀ ਅੰਬੀਆ ਆਏ ਨੇ ਉਸੇ ਕੈਫੀਅਤ ਦੇ ਵਿੱਚ ਈਸਾ ਇਬਨ ਮਰੀਮ ਹੀ ਆ ਕੇ ਨਮਾਜ਼ ਪੜ੍ਹ ਸਕਦੇ ਨੇ। ਫਿਰ ਤੁਸੀਂ ਫਰਮਾਇਆ ਕਿ ਆने वाले को 4 दफ़ा नबीउल्लाह कहा गया ਤੇ ਉਹ ਦਾਵਾ ਸਾਬਿਤ ਹੋ ਗਿਆ। मोहतरम, ਪਹਿਲੇ ਨੰਬਰ ਤੇ ਤਾਂ ਜਿਹੜੀ ਤੁਸੀਂ ਹਦੀਸ ਪੇਸ਼ ਕਰ ਰਹੇ ਹੋ ਇਸ ਨੂੰ ਮਿਰਜ਼ਾ ਗੁਲਾਮ ਮੁਹੰਮਦ ਕਾਦੀਆਨੀ ਸਾਹਿਬ ਨੇ ਇਸ ਹਦੀਸ ਨੂੰ ज़ईफ़ करार दिता है और इस दे बारे मिसाल बड़े सख्त अल्फाज कहे ने कि साकितुल इतबार है, ये ज़ईफ़ है, ये इस दे मिसाल है। लिहाजा तुहाडे अपने दावे वास्ते एक ज़ईफ़ हदीस नूं पेश करना भी सरासर गलत है। फिर अगर सही भी मान लवीए तो 4 दफ़ा नबीउल्लाह ईसा इब्न मरियम नूं किया जा रहा, उत्थे किसी होर दा जिक्र नहीं है और उसनूं तां कुरान नबीउल्लाह कह रहा। इस वास्ते ये कोई नवी गल नहीं। फिर तुस अगे क्या कि कुरान पाक दे विच जी जो कोई अल्लाह और उसके रसूल की अतैत करेगा वो नबी सदीक शहीद बन जाएगा, वो तुस आयत पेश कर रहे हो। मोहतरम, दावा मसीह दा ही है। असम उस ईसा इब्न मरियम नूं यानी कि उम्मत लियाउने आ, तुसां उम्मत दे विचों एक मसीह बनांदे हो। क्या कोई कुरान पाक दी आयत या हदीस पेश कर सकते हो कि आने वाला जिहड़ा मसीह है वो अतैत इतबा करके नबी बनेगा? अगर तुसां कोई एक आयत या एक हदीस पेश कर दियो तो मैं तुहाडा जिहड़ा है दावे नूं तस्लीम कर जी ख्याल से मैं ਤੁਹਾਨੂੰ ਆਲरेडी पेश कर चुके हैं। अच्छा, मेरा ख्याल है मेरी गल एक सिर्फ 10 सेकंड दे मीर साहब 10 सेकंड दे दो। 10 सेकंड अच्छा लगा मोबाइल 2% है ते अच्छा कोई मसला कोई अच्छा मैं ਤੁਹਾਡਾ ਦਾਵਾ ਜਦੋਂ ਖਾਸ ਹੈ ਕਿਉਂਕਿ ਸਾਡਾ ਦੋਨਾਂ ਘਰਾਂ ਦਾ ਇਸ ਤੇ ਇਤਫਾਕ ਹੈ ਕਿ ਤੁਸੀਂ ਮਸੀਹ ਮਊਦ ਮੰਨਦੇ ਹੋ, ਅਸਾਂ ਈਸਾ ਇਬਨ ਮਰੀਮ ਨੂੰ ਮਸੀਹ ਮੰਨਦੇ ਆ। ਤੁਹਾਡਾ ਦਾਵਾ ਜਦੋਂ ਖਾਸ ਹੈ ਮਸੀਹ ਮਊਦ ਦਾ ਤਾਂ ਕੋਈ ਕੁਰਾਨ ਪਾਕ ਦੀ ਇੱਕ ਆਇਤ ਪੇਸ਼ ਕਰ ਦਿਓ ਕਿ ਆਉਣ ਵਾਲਾ ਮਸੀਹ ਅਤੈਤ इतबा करके नबी बनेगा तो मैं अज ही तस्लीम कर लवांगा तुहाडी गल, वरना जी एक आम दलील दे के तो उस तो खास दावा नहीं करना। आयत नंबर 59 है गालबन मेरा ख्याल ना,
ਜਿਹਦੇ 'ਚ ਲਿਖਿਆ ਕਿ ਜੋ ਕੋਈ ਅੱਲਾਹ ਔਰ ਉਹਦੇ ਰਸੂਲ ਦੀ ਇਤਾਅਤ ਕਰੇਗਾ ਤੇ ਉਹ ਨਬੀ ਬਣਨਗੇ, ਸਿੱਦੀਕੀਨ ਬਣਨਗੇ, ਸ਼ੋਹਦਾ ਬਣਨਗੇ, ਸਾਲੀਨ ਬਣ। ਇਹ ਜਮਾਤ ਦਾ ਅਕੀਦਾ। ਤੇ ਇਹ ਦੱਸੋ, ਹੁਣ ਮੈਂ ਤਾਂ ਤੁਹਾਡੇ ਸਾਹਮਣੇ ਰੱਖਤੀ, ਹੁਣ ਕੀ ਕਹਿੰਦੇ ਇਹਦੇ ਤੇ? ਤੁਹਾਨੂੰ ਕੋਈ ਇਤਰਾਜ਼ ਹੈ ਤੇ ਕਰੋ। ਅੱਛਾ ਮੀਰ ਸਾਹਿਬ, ਮੈਂ ਤੁਹਾਨੂੰ ਮਿਸਾਲ ਉਸ ਤੇ ਬਹਿਸ ਹੀ ਨਹੀਂ ਕੀਤੀ ਕਿ ਉਸ ਵਿੱਚ ਨਬੂਵਤ ਜਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ। ਹਾਲਾਂਕਿ ਅਸੀਂ ਉਹਦੇ ਵਿੱਚ ਜਾ ਰਹੇ ਨੇ। ਸੁਣ ਚਲੋ ਮੇਰੀ ਗੱਲ ਸੁਣੋ, ਇਸ ਤਰ੍ਹਾਂ ਨਾ ਕਰੋ ਨਾ। ਮੈਂ ਤੁਹਾਡੇ ਤੋਂ ਪੁੱਛਿਆ ਹੈ ਕਿ ਤੁਸੀਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਨੂੰ ਮਸੀਹ ਮਊਦ ਮੰਨਦੇ ਹੋ ਕਿ ਉਹ ਮਸੀਹ ਜਿਸ ਦਾ ਵਾਅਦਾ ਕੀਤਾ ਗਿਆ? ਮੈਨੂੰ ਕੋਈ ਕੁਰਾਨ ਪਾਕ ਦੀ ਇੱਕ ਆਇਤ ਪੇਸ਼ ਕਰ ਦਿਓ ਜਿਸ ਦੇ ਵਿੱਚ ਇਹ ਲਿਖਿਆ ਹੋਵੇ, ਜ਼ਿਕਰ ਹੋਵੇ ਕਿ ਆने वाला जो मसीह है वो अतैतो इतबा करके नबी बनेगा, या अल्लाह ताला दे नबी ने फरमाया होवे कि आने वाला मसीह जो है वो अतैतो इतबा करके नबी बनेगा। कोई एक आयत या एक हदीस पेश कर दो। गल मेरी 1 मिनट 10 सेकंड दे दो ना, 10 सेकंड। अच्छा, दावा तुहाडा खास है, दलील तुसा जेड़ी दे रहे हो, पहले नंबर वो दलील तुहाडी बनदी ही नहीं है। ਉਹ ਇੱਕ ਆਮ ਦੇ ਕੇ ਤੇ ਦਾਵਾ ਖਾਸ ਦਾ ਜਿਹੜਾ ਹੈ ਨਾ ਉਹ ਤੁਸੀਂ ਕੱਢ ਰਹੇ ਹੋ, ਇਹ ਬਿਲਕੁਲ ਤੁਹਾਡੀ ਗਲਤ ਦਾਵਾ ਹੈ। ਠੀਕ ਹੈ, ਠੀਕ, ਮੈਂ ਤੁਹਾਨੂੰ ਦੱਸ ਦਿੰਦਾ। ਲੋ ਜੀ, ਮੈਂ ਤੁਹਾਨੂੰ ਕਹਿਣਾ, ਇਹਦੀ ਗੱਲ ਸੁਣਿਓ ਜ਼ਰਾ ਧਿਆਨ ਨਾਲ ਸਿਆਲ ਸਾਹਿਬ। ਇੱਕ ਜਿਹੜਾ ਵਜ਼ੀਰ ਆਜ਼ਮ ਹੈ, ਠੀਕ ਹੈ, ਉਹ ਨਾਲ ਵਜ਼ੀਰ ਖਾਰਜਾ ਵੀ ਹੋਏ, ਤੇ ਮੈਂ ਉਹਨੂੰ ਕੀ ਕਵਾਂਗਾ ਜੀ ਕਿ ਮੈਨੂੰ ਇੱਕੋ ਹੀ ਲਾਈਨ ਵਿਖਾ ਜਿਹਦੇ ਵਿੱਚ ਲਿਖਿਆ ਹੋਇਆ ਕਿ ਤੂੰ ਵਜ਼ੀਰ ਖਾਰਜਾ ਵੀ ਹੈ ਤੇ ਤੂੰ ਵਜ਼ੀਰ ਦਾਖਲਾ ਵੀ ਹੈ, ਯਾਨੀ ਜੋ ਵੀ ਕਹਿ ਲਓ, 2 ਉਹਦੇ ਦਾਅਵੇ ਹੋ ਗਏ ਨਾ, ਠੀਕ ਹੈ। ਹੁਣ ਮੈਂ ਦੋਨੋਂ ਨੂੰ ਕਹਾਂਗਾ ਕਿ ਮੈਨੂੰ ਇੱਕੋ ਲਾਈਨ 'ਚ ਵਿਖਾ, ਤੇ ਜ਼ਰੂਰੀ ਤੇ ਨਹੀਂ ਜਦੋਂ ਵਜ਼ੀਰ ਦਾਖਲਾ ਦੀ ਗੱਲ ਹੋਣੀ ਉਹ ਤਾਂ ਵਜ਼ੀਰ ਦਾਖਲਾ ਦੀ ਦਲੀਲਾਂ ਦਿੱਤੀਆਂ ਜਾਣੀਆਂ ਕਿ ਜੀ ਹਾਂ ਵੀ ਇਹ ਕੰਮ ਵੇਖੇਗਾ ਤੇ ਇਹ ਵਜ਼ੀਰ ਦਾਖਲਾ ਵੇ, ਉੱਥੇ ਵਜ਼ੀਰ ਖਾਰਜਾ ਦਾ ਕੀ ਕੰਮ ਹੈ? ਇੱਕ ਗੱਲ ਹੋ ਗਈ। ਜਿਵੇਂ ਵਜ਼ੀਰ ਔਰ ਜਿੱਥੇ ਵਜ਼ੀਰ ਦਾਖਲਾ ਦੀ ਦਿੱਤੀ ਜਾਣੀ ਉੱਥੇ ਵਜ਼ੀਰ ਦਾਖਲਾ ਦੀ ਗੱਲ ਹੋਏਗੀ, ਉੱਥੇ ਵਜ਼ੀਰ ਖਾਰਜਾ ਦਾ ਕੀ ਕੰਮ ਹੈ? ਇਹ ਦਲੀਲ ਇਸ ਲਈ ਤੁਹਾਨੂੰ ਦਿੱਤੀ ਗਈ ਹੈ ਕਿ ਜਿਹੜਾ ਮਸੀਹ ਮਊਦ ਵਾਲਾ ਦਾਵਾ ਹੈ ਨਾ, ਉਹ ਜਮਾਤ ਦਾ ਵੀ ਇਹੀ ਅਕੀਦਾ ਵੇ ਕਿ ਉਹ ਅਲੱਹਦਾ ਹੈ। ਉਹ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਜੀ ਹੁਣ ਜਿਹੜਾ ਨਬੀ ਹੈ ਉਹ ਮਸੀਹ ਮਊਦ ਵੀ ਹੈ, ਵਿਖਾਓ ਨਬੀ ਜਿਹੜਾ ਉਹ ਅਲੱਹਦਾ ਨੇ। ਹੁਣ ਦੇਖੋ ਨਾ, ਇਹਦਾ ਸੁਣ ਲਓ, ਗੱਲ ਸੁਣ ਲਓ। ਨਬੀ ਜਿਹੜੀ ਹੈ, ਨਬੂਵਤ ਜਿਹੜੀ ਜਾਰੀ ਹੈ, ਉਹ ਜ਼ਰੂਰੀ ਨਹੀਂ ਕਿ ਜੀ ਹੁਣ ਉਮਤ 'ਚ ਜਿਹੜਾ ਮਸੀਹ ਆਵੇਗਾ ਉਹ ਹਰ ਇੱਕ ਨਬੀ ਵੀ ਹੋਵੇਗਾ, ਠੀਕ ਹੈ। ਇਹ ਗੱਲ ਜ਼ਿਹਨ 'ਚ ਰੱਖਿਓ। ਹੁਣ ਮਸੀਹ ਹੋਰ ਵੀ ਆ ਸਕਦੇ ਨੇ, ਉਹ ਸੌਰੀ ਮਸੀਹ ਹੋਰ ਕਹਿ ਰਹੇ ਆ, ਨਬੀ ਹੋਰ ਵੀ ਆ ਸਕਦੇ ਨੇ, ਪਰ ਮਸੀਹ ਜਿਹੜਾ ਆਉਣਾ ਸੀ ਉਹ ਇੱਕ ਹੀ ਆਉਣ ਵਾਲੇ ਦੀ ਪੇਸ਼ਗੋਈ ਸੀ ਜਿਹੜੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕੀਤੀ ਸੀ, ਠੀਕ ਹੋ ਗਿਆ। ਤੇ ਇਹ ਗੱਲ ਹੁਣ ਤੁਸੀਂ ਜ਼ਿਹਨ 'ਚ ਰੱਖਿਓ, ਤੇ ਤੁਸੀਂ ਜਿਹੜੀ ਮੁਤਾਲਬਾ ਕਰ ਰਹੇ ਹੋ ਤੁਹਾਡਾ ਜਾਇਜ਼ ਹੀ ਨਹੀਂ ਮੁਤਾਲਬਾ। ਤੁਹਾਨੂੰ ਦੋਵੇਂ ਜਿਹੜੀਆਂ ਛਾਵਾਂ ਨੇ ਉਹ ਅਲੱਗ ਵਿਖਾਤੀਆਂ ਨੇ। ਅੱਲਾਹ ਔਰ ਉਹਦੇ ਰਸੂਲ ਦੀ ਇਤਾਅਤ ਦੇ ਬਦਲੇ 'ਚ ਨਬੂਵਤ ਜਿਹੜੀ ਮਿਲੇਗੀ ਉਹ ਆਇਤ ਵੀ ਰੱਖਤੀ ਹੈ, ਤੇ ਜਿਹੜਾ ਆਉਣ ਵਾਲਾ ਮਸੀਹ ਹੋਏਗਾ ਉਹਨੂੰ ਅੱਲਾਹ ਦਾ ਕੀ ਨਾਂ ਹੈ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨੂੰ ਨਬੀਉੱਲਾ ਕਹਿ ਦਿੱਤਾ, ਉਹਦਾ ਦਾਵਾ ਅਲੱਗਾ। ਤੇ ਦੋਵੇਂ ਦਾਅਵੇ ਜਿਹੜੇ ਨੇ ਨਾਲ ਨਹੀਂ ਹੋ ਸਕਦੇ। ਹਾਂਜੀ, ਗੱਲ ਮੁਕੰਮਲ ਹੋ ਜਾਣ ਤੈਨੂੰ ਦੱਸਿਓ ਜੀ, ਮੁਕੰਮਲ ਹੋ ਗਈ। ਅੱਛਾ ਮੀਰ ਸਾਹਿਬ, ਤੁਸੀਂ ਮਿਸਾਲ ਦਾਵਾ ਤੁਹਾਡਾ ਹੈ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਨੂੰ ਮਸੀਹ ਮਊਦ ਮੰਨਦੇ ਹੋ, ਆਇਤ ਕੁਰਾਨ ਪਾਕ ਦੀ ਉਹ ਪੇਸ਼ ਕਰ ਰਹੇ ਹੋ ਜਿਹਦੇ ਵਿੱਚ ਮਿਸਾਲ ਹੈ ਜੋ ਤੁਸੀਂ ਵੀ ਆਪਣਾ ਮਤਲਬ ਹੀ ਕੱਢੋ ਤਾਂ ਆਮ ਹੈ, ਕੋਈ ਉਹਦੇ ਵਿੱਚ ਖਾਸ ਨਹੀਂ ਹੈ ਕਿ ਸਿਰਫ ਮਸੀਹ ਜਿਹੜਾ ਹੈ ਉਹ ਅਤੈਤੋ ਇਤਬਾ ਕਰਕੇ नबी बनेगा। ਉਹਦੇ ਵਿੱਚ ਤਾਂ ਮਨ ਦਾ ਲਫ਼ਜ਼ ਹੈ ਵਮਨ युतिल्लाह के जो कोई भी अल्लाह और उसके रसूल की अतैत करेगा वो यानी सादकीन यानी कि सालिहीन के साथ होगा, नबियों के साथ होगा। ਪਹਿਲੇ ਨੰਬਰ ਤੇ ਤੁਹਾਡੇ ਦਾਅਵੇ ਦੀ ਤਈਦ ਹੀ ਨਹੀਂ ਹੋ ਰਹੀ। ਮੈਂ ਤੁਹਾਨੂੰ ਪੁੱਛਿਆ 1 ਮਿੰਟ ਸੁਣ ਤਾਂ ਕੱਢ ਲੈਣਾ ਇੱਥੇ ਜਿਹੜਾ ਪੜ੍ਹ ਲੈਣਾ, ਹੁਣੇ ਪੜ੍ਹ ਲੈਣਾ, ਹੁਣੇ ਪੜ੍ਹ ਲੈਣਾ, ਪੜ੍ਹ ਲੈਣਾ। ਹਾਂ ਪੜ੍ਹੋ ਜੀ, ਪੜ੍ਹੋ। ਮਾਂ ਜਿਹੜਾ ਮਹੀਨੇ ਮਹੀਨੇ ਚ ਇਸਤੇਮਾਲ ਹੁੰਦਾ कर लेना, कोई मसला नहीं यार का लड़ते क्यों। कितने नंबर आए थे? 70 नंबर है या 59 होएगी। अच्छा, और जो भी अल्लाह व मय्युति इल्लाह व रसूला फउलाइका मा अल्लाज़ीना अनअम अल्लाहु अलैहिम मिनन नबिय्यीन व सिद्दीकीन व शुहदाए व सालिहीन व हसन उलाइका रफीका। हां जी, और जो भी अल्लाह की और इस रसूल की अतायत करे तो यही वो लोग हैं जो उन लोगों के साथ होंगे, साथ होंगे जनाब, उन लोगों में से होंगे ना, ਤੁਹਾਡਾ ਤਰਜਮਾ साथ होंगे। मैं अच्छा साथ साडा नहीं जनाब मोहतरम, मिर्जा तैर अहमद साहब का पढ़ रहा हूँ, मिर्जा तैर अहमद। नहीं जी, ये तर्जमा ही ਤੁਹਾਡਾ गलत है ना, ये तर्जमा नहीं आया। काट लो मिर्जा तैर अहमद साहब का तर्जमा पढ़ रहा हूँ। और जो भी अल्लाह की जी मिर्जा बशीरुद्दीन साहब ਦਾ तो सर मैं मिर्जा तैर अहमद साहब का पढ़ रहा हूँ। देखो ਜਿਹੜਾ ਇੱਥੇ ਯੂਜ਼ ਹੋਣਾ ਨਾ, ਮੈਂ भी अल्लाह की मिर्जा बशीरुद्दीन साहब ਦਾ ਲਾਓ ਨਾ।
ਯਾਰ ਹੁਣ ਤਾਰਾ ਤਾਂ ਨਹੀਂ ਨਾ ਮੰਨੀ ਜਾਣੀ ਦੂਸਰਾ ਕਿ ਨਾ ਮੈਂ ਖੁਦ ਤਰਜਮਾ ਕਰ ਸਕਦਾ ਨਾ ਤੁਸੀਂ ਆਪਣਾ ਪੜੋ। ਮੈਂ ਤੁਹਾਨੂੰ ਕਹਿ ਰਿਹਾ ਮਾਂ ਪੜੋ ਨਾ, ਹੁਣ ਤੁਸੀਂ ਇੱਕ ਇਤਰਾਜ਼ ਕੀਤਾ ਤਾਂ ਮੈਂ ਸਾਹਮਣੇ ਉਹੀ ਰੱਖਿਆ ਹੋਇਆ ਸੀ। ਮੈਂ ਗੱਲ ਤੁਹਾਡੀ ਮੇਰੇ ਨਾਲ ਹੋ ਰਹੀ ਹੈ ਜਾਂ ਮੇਰੇ ਨਾਲ? ਅੱਛਾ ਸੁਣ ਲਓ, ਅੱਛਾ नहीं सुन लो ना, हुन सुन लो ना। तुसा के आसी इत्थे माद मैंने यानी मिन है। अच्छा, और जो भी अल्लाह की और इस रसूल की अतायत करे तो यही वो लोग हैं जो उन लोगों के साथ होंगे, ये साथ होंगे जिन पर अल्लाह ने इनाम किया, यानी नबियों में से, सदीकों में से, शहीदों में से और सालेहीन में से, और ये बहुत ही अच्छे साथी हैं। अच्छा, पहले नंबर ते तुहाडा दावा है, मेरा बार बार सवाल है कि दावा खास है कि ईसा इब्न मरियम, मसीह इब्न मरियम। अच्छा, पहले तुहाडी नहीं हुन एक मिनट, हुन मीर साहब देखो, मीर साहब मेरी गल सुन लो ना, हुन एक मिनट म्यूट ला लियो, म्यूट मेरी गल मुकम्मल होने दे, मैं तुहाडी म्यूट ला के गल सुनना। जी। पहले तो मीर साहब तुसा कहा जी इत्थे साथ दा नहीं है, तो तुहाडी नफी मैं खलीफा चारम साहब दे तर्जमे नाल ही कर दी कि इत्थे साथ दा जिक्र है, ना कि मेसे दा जिक्र है। दूसरे नंबर ते दावा खास है तुहाडा, कोई हिक भी नहीं तुसा मिसाल ऐत पेश कर सकते जिस दे विच जिक्र होवे कि आने वाला मसीह है तो इतबा करके नबी बनेगा। मैं तानू वीडियो सुना रहा ना तुसा मिर्जा ताहिर साहब दी गल ते मुकम्मल तुसी गलत पढ़ रहे हो। मीर साहब एक मिनट गल सुन। लाओ जी सामने लाओ। दूसरे नंबर ते क्योंकि तुसा मीर साहब तुसा मिर्जा साहब दे दावा मसीह मौत तू ना कोई पहले नबी मनदे और ना उन्हां तो बाद मनदे हो। ਇਹਦਾ ਮਤਲਬ ਹੈ ਤੁਸੀਂ ਵੀ ਕੁਰਾਨ ਪਾਕ ਦੀ ਜਿਹੜੇ ਅਜਰਾ ਨਬੂਵਤ ਦੀਆਂ ਆਇਤਾਂ ਪੇਸ਼ ਕਰਦੇ ਹੋ ਉਹ ਸਰਾਸਰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਪੇਸ਼ ਕਰਦੇ ਹੋ, ਵਰਨਾ ਤੁਹਾਡਾ ਅਕੀਦਾ ਵੀ ਮਿਰਜ਼ਾ ਸਾਹਿਬ ਤੋਂ ਬਾਅਦ ਕਿਸੇ ਨਬੀ ਦਾ ਆਉਣ ਦਾ ਨਹੀਂ ਹੈ। ਤੀਸਰੇ ਨੰਬਰ ਤੇ ਇਸੇ ਆਇਤ ਦੇ ਜ਼ਿਮਨ ਵਿੱਚ ਬੁਖਾਰੀ ਸ਼ਰੀਫ ਦੀ ਹਦੀਸ ਹੈ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਮਰਜ਼ ਵਿਸਾਲ ਦੇ ਵਿੱਚ ਜਦੋਂ फरिश्ते ने यानी अल्लाह ताला ने पूछा सी कि आप सल्लल्लाहु अलैहि वसल्लम मफहूम है कि तुसा दुनिया ते रहना चाहते हो या अगे आना चाहते हो, तो आप सल्लल्लाहु अलैहि वसल्लम ने ये आयत पढ़ी सी। क्या अगर इस दे विचों अजराए नबूवत साबित सी तो आप सल्लल्लाहु अलैहि वसल्लम नूं फिर ये किहड़ी पढ़न दी जरूरत सी कि आप सल्लल्लाहु अलैहि वसल्लम पहले नबी नहीं सी कि मैनू नबी बना दिओ, सदीक बना दिओ, शहीद बना दिओ। इस आयत दा शान नज़ूल की इस आयत दे ज़िमन दे विच बुखारी शरीफ दे विच तफसीर जिहड़ी तफसीरुल किताब दा यानी किताबुल तफसीर दे विच है कि ये यानी कि आप सल्लल्लाहु अलैहि वसल्लम नूं जदों मर्ज़े विसाल दे विच अल्लाह ताला ने जिब्राइल नूं भेजिया, ये मफहूम मैं पेश कर रहा, गल याद रखियो, ये मफहूम है हदीस दा कि आप दुनिया ते रहना चाहते हो या मिसाल अगे आना चाहते हो। तो आप सल्लल्लाहु अलैहि वसल्लम ने आयत दा अगला हिस्सा पढ़िया से कि उन लोगों के साथ शामिल कर दे जो सदीक, शहीद और सालेहीन यानी कि हैं। अगर तो ये विचों नबी बनन दी ऐसी तो फिर तो नौज़ बिल्लाह आप सल्लल्लाहु अलैहि वसल्लम दा मतलब है नबी नहीं। गल उदों आयत दा शान नज़ूल है वे कि हजूर पाक सल्लल्लाहु अलैहि वसल्लम गज़वा है पता नहीं केड़ा सी, उस गज़वे दे दौरान जिहड़ी है हजूर पाक सल्लल्लाहु अलैहि वसल्लम दी शहादत दी जिहड़ी ना अफवाह फैल गई सी, उदों आयत पढ़ी गई सी। ठीक है, यह गल ज़हन च रखियो। थोड़ी जी तुहाडी सलाह कर देवीए, वो जिहड़ी शहादत वाली आयत है ना, वो है वामा मुहम्मद इल्ला रसूल कद खलत मिन कबले रुसल। एक मिनट नहीं एक मिनट ठहर जो सयाल साहब, एक मिनट वो गज़वा उदे मौके ते नाज़िल नहीं एक मिनट ठहरो, थोड़ी जी गलती लगी। हां जी, एदा मैं दस देना की शान नज़ूल है, मैं दस देना मोहतरमा। हाँ जी ठीक है जी। ਇਹ ਸਹਾਬਾ ਕਰਾਮ ਨੇ ਜਿਹੜੀ ਉਹ ਸ਼ਿਕਾਇਤ ਕੀਤੀ ਸੀ ਕਿ ਜੀ ਹਜ਼ੂਰ ਪਾਕ ਸੱਲਮ ਜਿਹੜੇ ਨੇ ਏਡੇ ਉਹਨਾਂ ਦਾ ਰੁਤਬਾ ਜਿਹੜਾ ਨਾ ਉਹ ਬੁਲੰਦ ਏ ਤੇ ਅਸੀਂ ਤੇ ਜਿਹੜੇ ਆਉਣ ਵਾਲੇ ਲੋਕ ਨੇ ਉਹ ਤੇ ਉਸ ਰੁਤਬੇ ਨੂੰ ਪਹੁੰਚ ਨਹੀਂ ਸਕਦੇ, ਤੇ ਫਿਰ ਇਹ ਆਇਤ ਪੜੀ ਗਈ ਸੀ ਤੇ ਉਹ ਬਾਅਦ ਦੀ ਗੱਲ ਹੈ। ਚਲੋ ਸ਼ਾਨ ਨਜ਼ੂਲ ਹੋ ਰਹੇ ਉਹ ਬਾਅਦ ਚ ਵੇਖ ਲਾਂਗੇ। ਅੱਛਾ, ਗੱਲ ਇਹ ਵੇ ਕਿ ਜੀ ਤੁਸੀਂ ਕਿਹਾ ਕਿ ਜੀ ਮਾਂ ਜਿਹੜਾ ਮਿਨ ਦੇ ਮਾਇਨੇ ਚ ਇਸਤੇਮਾਲ ਨਹੀਂ ਹੋ ਸਕਦਾ, ਤੇ ਮੈਂ ਤੁਹਾਨੂੰ ਇਥੋਂ ਸਿਆਲ ਸਾਹਿਬ ਇਹ ਗੱਲ ਕਰਦਾ ਵਾਂ ਕਿ ਜੀ ਤੁਸੀਂ ਇੱਕ ਆਇਤ ਹੈ ਕੁਰਾਨ ਕਰੀਮ ਦੀ ਵਤਵਫਾਨਾ ਮਾਅਲ ਅਬਰਾਰ, ਇਹਦਾ ਤਰਜਮਾ ਕਰੋ ਜੀ ਸਿਆਲ ਸਾਹਿਬ। ਸਿਆਲ ਸਾਹਿਬ ਤਰਜਮਾ ਕਰੋ ਜੀ। ਸਿਆਲ ਸਾਹਿਬ ਤੁਸੀਂ ਮਾਂ ਜਿਹੜਾ पहले नंबर ते ता सारे सुन, अच्छा सुन लो, पहले नंबर ते ता मैं ना ये लफज किया है कि मां मिन दे मैंने च इस्तेमाल नहीं हुंदा, मैं ऐसी कोई गल क्योंकि मैं ग्रामर नूं जानदा ही नहीं, मैं इत्थे बिल्कुल। अच्छा सुन लो, मेरी गल तो सुन,
मेरी गल तो सुन लो ना मोहतरम। अच्छा जी जी, मैं ऐसा लफज ही नहीं किया कि जेड़ा मिसाल है जो मैं मिलदे मैंने च इस्तेमाल होंदा ही नहीं है, ऐसी गल ही मैं नहीं की जेड़ा तुसा मेरे ਮੰਨ ਗਏ ਹੋ ਨਾ ਫਿਰ ਤੁਸੀਂ, ਮੰਨ ਗਏ ਹੋ ਗੱਲ, ਜੇ नहीं ਹੁੰਦੀ ਤਾਂ ਫਿਰ अच्छा ਮੰਨ सुन गए। तो लो यार, गल तो सुन लो यार। अच्छा जी सुनाओ जी। अच्छा हुण तुसां फरमाया कि करीना वेखना पेगा, करीना यही है जेड़ा मिर्जा ताहिर अहमद साहब ने इत्थे साथ दे मैंने इस्तेमाल कीता है, और साथ ही है क्योंकि अच्छा हुण तुसां एक हदीस पेश की यार, हुण खिलार जे मैं म्यूट ला के नहीं तुहाडी गल सुनदा, वेख लो जी बोलो जी। अच्छा फिर तुसां आप ही हदीस शान नजूल दी बयान कर दी है, गालबन उसका मफहूम यही है कि कोई अल्लाह ताला दे नबी ने जदों अपना मकाम बयान किया कि मैं क़यामत दे दिन जिहड़ा है मिसाले मकाम महमूद ते होवांगा, तो उदों कोई सहाबी रसूल सी जिहड़ा रोन लग गए बई या रसूल अल्लाह सल्लल्लाहु अलैहि वसल्लम बई तुहाडे नाल असां किस तरह, तो ये आयत नाजिल हुई सी कि जो जिस दे नाल यानी कि मोहब्बत करेगा उसी के साथ होगा। तो गालिबन बुखारी शरीफ दी ये हदीस है कि उस वक़्त वो साहबी रसूल ने फरमाया कि मैं अल्लाह और उसके रसूल नाल और हज़रत अबू बकर सदीक और हज़रत उमर फरूक रज़ी अल्लाह तआला अन्हु नाल मुहब्बत करना। इस तरह के भी उस हदीस दे विच अल्फाज ने, यानी तुसां खुद वो हदीस पेश कर दी है जिस दे विच जिक्र यानी कि क़यामत दा है, ना कि इत्थे ये मकाम मिलन दा जिक्र है, क्योंकि इत्थे मकाम मिलन दा जिहड़ा जिक्र है सूरत अल हदीद दे विच है। और मिर्जा गुलाम अहमद कादियानी साहब ने भी लिखिया, एक मिनट मैं तुहानूं पढ़ देना इसे आयत सूरत अल हदीद वाली आयत में। ओ नहीं यार सुन लो यार, सुन तो लो, जवाब देन दिओ, बैटरी खत्म होने लगी, मैंने जवाब देन दिओ। अच्छा फिर कर लांगे गल, कोई गल नहीं। एक मिनट आयत पढ़न दिओ ना मैनूं। सियाल साहब मोबाइल बंद हो जाना, जवाब तो देन दिओ ना, की हो गया। हाँ जी अच्छा सियाल साहब गल है कि ਤੁਸੀਂ ਚਲੋ ਪਹਿਲੇ ਇੱਕ ਤੇ ਗੱਲ ਮੰਨ ਲਈ ਨਾ ਕਿ ਜੀ ਜਿਹੜਾ ਇੱਥੇ ਮਾਂ ਹੈ ਉਹ ਮਿਹਨ ਦੇ ਮਾਇਨੇ ਚ ਇਸਤੇਮਾਲ ਹੋ ਸਕਦਾ, ਪਹਿਲੇ ਤੁਸੀਂ ਕਹਿੰਦੇ ਸੀ ਨਹੀਂ ਹੋ ਸਕਦਾ, ਹੁਣ ਤੁਸੀਂ ਚਲੋ ਇਸ ਗੱਲ ਤੇ ਆ ਗਏ ਹੋ ਨਾ ਕਿ ਜਿਹੜਾ ਮਾਂ ਹੈ ਉਹ ਮਿਹਨ ਦੇ ਮਾਇਨੇ ਚ ਇਸਤੇਮਾਲ ਹੋ ਸਕਦਾ ਏ। ਕਿਉਂਕਿ ਮੈਂ ਜਦੋਂ ਆਇਤ ਪੜ੍ਹੀ ਵਾ ਤਵਫਾ ਨਾ ਮਾਲ ਅਬਰਾਰ, ਇਹਦਾ ਤਰਜਮਾ ਤੁਸੀਂ ਮਾਂ ਜਿਹੜਾ ਉਹ ਮਾਂ ਦੇ ਮਾਇਨੇ ਚ ਯਾਨੀ ਸਾਥ ਦੇ ਮਾਇਨੇ ਚ ਲੈ ਹੀ ਨਹੀਂ ਸਕਦੇ, ਇੱਥੇ ਤੈਨੂੰ ਮਾਂ ਜਿਹੜਾ ਮਾਂ ਮਿਹਨ ਦੇ ਮਾਇਨੇ ਚ ਲੈਣਾ ਪਏਗਾ। ਇੱਕ ਗੱਲ ਹੋਈ, ਜਦੋਂ ਤੁਹਾਨੂੰ ਇਹ ਨਜ਼ਰ ਆਇਆ ਕਿ ਜੀ ਇੱਥੋਂ ਜੀ ਮੈਨੂੰ ਲੈਣਾ ਪਏਗਾ, ਤੇ ਫਿਰ ਤੁਸੀਂ ਨਾਲ ਹੀ ਜਿਹੜਾ ਮੇਰਾ ਮੌਕਫ ਸੀ ਉਹ ਤਸਲੀਮ ਕਰ। ਅੱਛਾ ਤੇ ਹੁਣ ਤੁਸੀਂ ਜਿਹੜੀ ਗੱਲ ਤੇ ਉਹ ਤੇ ਤੁਸੀਂ ਗੱਲ ਇਹ ਕਰ ਰਹੇ ਹੋ ਸਿਆਲ ਸਾਹਿਬ ਕਿ ਹੁਣ ਜਿੱਥੇ ਕਰੀਨਾ ਵੇਖਣਾ ਪਏਗਾ, ਤੇ ਹੁਣ ਕਰੀਨੇ ਵਾਲਾ ਮੈਂ ਤੁਹਾਨੂੰ ਦੱਸਾਂਗਾ ਜਾਂ ਤੁਸੀਂ ਦੱਸੋਗੇ ਕਿ ਕਰੀਨਾ ਕੀ ਹੋਏਗਾ? ਲੋ ਜੀ ਕਰੀਨਾ ਇਹ ਹੋਏਗਾ ਕਿ ਅੱਗੇ ਜ਼ਿਕਰ ਹੋ ਰਿਹਾ ਹੈ ਕਿ ਜੀ ਸਿੱਦੀਕੀਨ, ਸਾਲਹੀਨ, ਸ਼ੁਹਦਾ, ਤੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਜੀ ਇਹ ਤਿੰਨੋਂ ਦਰਜੇ ਨੇ ਉਹ ਮਿਲਦੇ ਨੇ ਉਮਤ 'ਚ, ਠੀਕ ਹੋ ਗਿਆ। ਜਦੋਂ ਇਹ ਤਿੰਨ ਮਿਲਦੇ ਨੇ ਤੇ ਯਾਰ ਚੌਥਾ ਕਿਉਂ ਨਹੀਂ ਮਿਲਦਾ ਫਿਰ? ਸਿਆਲ ਸਾਹਿਬ ਜਮਾਤ ਦਾ ਅਕੀਦਾ ਕਿ ਚੌਥਾ ਜਿਹੜਾ ਉਹ ਵੀ ਮਿਲੇਗਾ, ਤੇ ਉਹ ਕਿਵੇਂ ਮਿਲੇਗਾ? ਫਿਰ ਜਿਹੜਾ ਕਰੀਨਾ ਹੈ ਉਹ ਆਏਗਾ ਕੰਮ 'ਚ, ਤੇ ਕਰੀਨਾ ਜਿਹੜਾ ਮਾਂ ਹੈ ਉਹ ਮਿਹਨ ਦੇ ਮਾਇਨੇ 'ਚ ਇਸਤੇਮਾਲ ਹੋਏਗਾ, ਕਿਉਂਕਿ ਤਿੰਨ ਦਰਜੇ ਮਿਲਦੇ ਨੇ, ਤੇ ਦਰਜੇ ਜਿਹੜੇ ਨੇ ਉਹ ਮੇ ਸੇ, ਉਹ ਸਾਥ ਨਹੀਂ ਮਿਲਦੇ, ਉਹ ਮੇ ਸੇ ਮਿਲਦੇ ਨੇ। ਤੇ ਜਦੋਂ ਮੇ ਸੇ ਤਿੰਨ ਦਰਜੇ ਮਿਲਦੇ ਨੇ ਤੇ ਫਿਰ ਚੌਥਾ ਵੀ ਫਿਰ ਮੇ ਸੇ ਹੀ ਮਿਲੇਗਾ, ਚੌਥੇ ਦੇ ਚ ਸਾਥ ਕਿਉਂ ਪਾ ਲਿਆ ਜੇ ਸਿਆਲ ਸਾਹਿਬ? ਤੇ ਇਹ ਗੱਲ ਜਿਹੜੀ ਉਹ ਵਾਜ਼ਿਆ ਹੋ ਗਈ, ਇੱਕ ਗੱਲ ਹੋ ਗਈ। ਹੁਣ ਮੇਰਾ ਖਿਆਲ ਹੈ ਕਿ ਸਿਆਲ ਸਾਹਿਬ ਹੁਣ ਮਜ਼ੀਦ ਜਿਹੜੀ ਗੱਲ ਹੈ ਫਿਰ ਬਾਅਦ ਚੋਂ ਕਰ ਲਾਂਗੇ, ਕਿਉਂਕਿ ਫਿਰ ਮੇਰੀ ਬੈਟਰੀ ਬੰਦ ਹੋ ਜਾਏਗੀ, ਚੰਗਾ ਨਹੀਂ ਲੱਗਦਾ ਤੁਸੀਂ ਬੋਲਦੇ ਹੋਵੋ। ਤੇ ਹੁਣ ਮੇਰੇ ਖਿਆਲ ਕਲੋਜ਼ ਕਰ ਲਈਏ, ਕੀ ਖਿਆਲ ਹੈ ਸਿਆਲ ਸਾਹਿਬ? बाकी मतलब दोस्त जेड़े ने बोल चलो जिथे बंद हो जाएगी कोई मसला नहीं, कोई ऐसा मसला नहीं। अच्छा पहले नंबर ते तुसां जेड़ा आयत पेश कीती है ना कि तुसां कहा कि मां दे मैंने मिन इन्ना तस्लीम कर लेने, पहले नंबर ते गल याद रखो, ना मेरा कोई दावा सी ना मैं कोई दलील पेश कीती सी, तुसां आपे ही करके आपे ही ओदा कर रहे हो, वो मेरी तरफ मनसूब करन दे फायदा कोई नहीं। तुसें एक आयत पेश कीती है कि वतवफ़ना मअल अबरार, गलबन चले गए। हाँ जी इधर ही मैं। अच्छा बस बंद होने वाला जी। अच्छा तुसां पेश कीती है कि तवफ़ा नामा अल अबरार, ओदा तुसां मैं नहीं कर रहे हो कि मेन के दे मैं नहीं कर रहे हो कि उत्थे जी माईयत दा नहीं जिक्र उत्थे वो होणगे। मैं कह रहा कि मैं इत्थे भी माईयत दा ही जिक्र कर रहा कि जिहड़ा अबरार दा लफज कुरान पाक दे विच जिथे भी पूरे कुरान पाक विच इस्तेमाल होया है, इहदे मैनी नेक लोग हैं, लेकिन कुरान पाक दे विच जिथे इस्तेमाल होया उत्थे वो नेक लोग मुराद ने जिहड़े जन्नती हैं, यानी जन्नती लोग मुराद ने। जिथे ही अबरार दा लफज आएगा कुरान पाक दे विच उस तो जन्नती नेक लोग मुराद होंगे, साले नेक लोग मुराद। तर्जुमा कर देना। अच्छा एक मिनट खिलार जाओ। अच्छा नहीं कर दो पहले तो बात हो जाना, एदे ते डिस्कस कर दसो आयत दसो ना केड़ी
ਵਤਾ ਵਫਾ ਨਾ ਮਾਲ ਅਬਰਾਰ ਦਾ ਕੀ ਤਰਜਮਾ? ਕਿਹੜੀ ਆਇਤ ਹੈ? ਆਏ ਤੇ ਮੈਨੂੰ ਵੇਖਣੀ ਪਏਗੀ ਹੁਣ, ਉਂਝ ਕਰ ਦਿਓ, ਜ਼ਬਾਨੀ ਕਰ ਦਿਓ ਤਰਜਮਾ। ਨਹੀਂ ਮੈਂ ਕਿਹੜਾ, ਮੈਂ ਤਾਂ ਪੜ੍ਹ ਕੇ ਹੀ ਦੱਸਣਾ, ਮੈਂ ਆਪ ਤਾਂ ਕਰ ਨਹੀਂ ਸਕਦਾ। ਵਤਾ ਵਫਾ ਨਾ ਮਾਲ ਅਬਰਾਰ ਕੀ ਤਰਜਮਾ ਬਣੇ? ਹਾਂਜੀ ਦੱਸੋ, ਆਇਤ ਦੱਸੋ, ਆਇਤ ਦੱਸੋ ਤੁਸੀਂ। ਆਏ ਤੇ ਮੈਨੂੰ ਵੇਖਣੀ ਪਏਗੀ ਸਿਆਲ ਸਾਹਿਬ, ਫਿਰ ਮੋਬਾਈਲ ਬੰਦ ਹੋ ਜਾਏਗਾ। ਹੁਣ ਜ਼ੁਬਾਨੀ ਯਾਦ ਨਹੀਂ ਮੈਨੂੰ ਕਿਹੜਾ ਨੰਬਰ। ਇਹਦਾ ਤਰਜਮਾ ਹੈ ਮਿਸਾਲ ਇਹਦੇ ਵਿੱਚ ਹੈ ਕਿ ਹਾਂਜੀ ਮੈਂ ਹੀ ਦੱਸ ਦੇਣਾ ਤਕਰੀਬਨ ਜਿਹੜਾ ਇਹੀ ਬਣੇਗਾ ਕਿ ਅੱਲਾ ਮੈਨੂੰ ਯਾਨੀ ਮੌਤ ਦੇ ਕੇ ਉਹਨਾਂ ਲੋਕਾਂ ਨਾਲ ਸ਼ਾਮਿਲ ਕਰ। ਨਹੀਂ ਜੀ, ਇਹ ਕਿਤੇ ਲਿਖਿਆ ਹੋਇਆ ਕਿ ਮੌਤ ਦੇ ਕੇ ਉਹਨਾਂ ਨਾਲ? ਕਿਤੇ ਲਿਖਿਆ ਹੋਇਆ ਦੇਖੋ ਮੌਤ ਦੇ, ਇਹ ਤਰਜਮਾ ਇੱਥੇ ਬਣਿਆ। ਤੇ ਇੱਥੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਤਵਫਾ ਦਾ ਮਾਨੀ, ਤੇ ਇੱਥੇ ਮੌਤ ਆ ਗਿਆ ਜੀ, ਇੱਥੇ ਮੌਤ ਆ ਗਿਆ ਤਵਫਾ ਦਾ ਮਾਨੀ। ਵੇਖੋ ਨਾ ਅਸਾਂ ਕਦੋਂ ਕਹਿੰਦੇ ਆ ਤਵਫਾ ਜਾਏ ਜਿੱਥੇ ਕਰੀਨਾ ਮੌਤ ਇੱਕ ਤੀਰ ਤੋਂ ਦੋ ਸ਼ਿਕਾਰ ਸਿਆਲ ਸਾਹਿਬ। मोहतरम मेरी गल सुनो, यानी कि तवफा दे मैं नहीं पूरा लेना अच्छा ओदे मैंने मौत उत्ते कब्जे उत्ते सुन तो लो यार गल तो सुन। अच्छा एदा पीछे ही पढ़ोगे देखोगे ना तो उत्ते करीना मौत ही होएगा इनु। अगर ये आयत तुसां दसो आज मोबाइल जेड़ा मेरा बंद होने लगा है ते मेनू तर्जमा इथे करो जी। साथ कीता तुसी क्या में से करो जी, में से दसो ना आयत तुसां कह रहे हो ना जिथे मैंने मौत उत्ते करीना मैं तर्जमा में से करोगे या करीना मौत? तुसी क्या जी मैं साथ करांगा, करो जी। यानी कोई भी नेक बंदा मरे मैं करना हाँ जी। नहीं ਇਹਦਾ ਹੈ ਕਿ ਇਬਰਾਰ ਜਿਹੜੇ ਲੋਕ ਨੇ ਤੇ ਜੰਤੀ ਲੋਕਾਂ ਦੇ ਉੱਤੇ ਇਬਰਾਰ ਦਾ ਲਫ਼ਜ਼ ਬੋਲਿਆ ਗਿਆ ਹੈ ਔਰ ਪੂਰੇ ਕੁਰਾਨ ਪਾਕ ਦੇ ਵਿੱਚ ਜਿਹੜਾ ਇਬਰਾਰ ਦਾ ਲਫ਼ਜ਼ ਹੈ ਉਹ ਜੰਤੀ ਨੇਕ ਲੋਕਾਂ ਤੇ ਬੋਲਿਆ ਗਿਆ ਹੈ। ਅੱਲਾਹ ਤਾਲਾ ਇਸ ਦੇ ਵਿੱਚ ਕਿ ਅੱਲਾਹ ਮੈਨੂੰ ਮੌਤ ਦੇ ਕੇ ਉਹਨਾਂ ਨਾਲ ਸ਼ਾਮਿਲ ਕਰ। ਯਾਨੀ ਜਿਹੜੇ ਜੰਤੀ ਮੌਤ ਦੇ ਕੇ ਉਹਨਾਂ ਨਾਲ ਕਿੱਥੇ ਲਿਖਿਆ? ਕਿਹੜੀ ਅਰਬੀ ਪੜ੍ਹ ਰਹੇ? ਤਵਫੀ ਮੈਨੇ ਇੱਥੇ ਮੌਤ ਹੈ, ਇੱਥੇ ਮਿਸਾਲ ਤਕਰੀਨਾ ਪਿੱਛੇ ਮੌਤ ਦਾ ਲਿਖਿਆ ਕਿ ਜੀ ਮੌਤ ਦੇ ਕੇ ਉਨਕੇ ਸਾਥ ਕਿੱਥੇ ਲਿਖੀ ਗੱਲ? तवफ़ा ना माल अबरार तरकीब करो। हाँ जी तो करो तर्जमा, वर्ड बाय वर्ड तर्जमा करो। दसो मिसाल आयत दसो मिसाल हुण फिर ਉਹੀ ਗੱਲ ਮੈਂ ਤੁਹਾਨੂੰ ਕਿਹਾ ਕਿ ਤਰਜਮਾ ਹੁਣ ਤੁਸੀਂ ਪੜ੍ਹ ਕੇ ਤਰਜਮਾ ਹੀ ਕੀਤਾ ਨਾ, ਇਹਨਾਂ ਦੀ ਤਰਜਮਾ ਕਰਨਾ। ਹੁਣ ਤੁਸੀਂ ਆਇਤ ਤੇ ਆ ਗਏ ਹੋ ਕਿ ਜੀ ਮੋਬਾਈਲ ਬੰਦ ਹੋ ਜਾਏਗਾ ਤਾਂ ਫਿਰ ਜਿਹੜੀ ਮੈਂ ਕਰਦਾ ਪਿਆ ਮੈਂ ਉਹ ਕਰਦਾ ਤਰਜਮਾ ਕੀ ਫਿਰ ਦੱਸੋ ਕੀ ਬਣਿਆ?